ਸਤਿ ਸ਼੍ਰੀ ਅਕਾਲ ਜੀ। ਨਿਊਜ਼ ਏਸ਼ੀਆ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੇਰਾ ਨਾਮ ਹੈ ਕੁਲਵੰਤ ਸਿੰਘ। ਸਿਹਤ ਮਾਮਲਿਆਂ ਨੂੰ ਲੈ ਕੇ ਅੱਜ ਇੱਕ ਵਾਰ ਅਸੀਂ ਫੇਰ ਚਰਚਾ ਕਰਾਂਗੇ ਵਿਸ਼ਵ ਪ੍ਰਸਿੱਧ ਡਾਕਟਰ ਅਮਰ ਸਿੰਘ ਆਜ਼ਾਦ ਹੋਣਾ ਦੇ ਨਾਲ। ਤੇ ਅੱਜ ਦਾ ਵਿਸ਼ਾ ਰਹੇਗਾ ਵੀਟ ਐਲਰਜੀ, ਯਾਨੀ ਕਿ ਅਨਾਜ ਤੋਂ ਪੈਦਾ ਹੋਣ ਵਾਲੀ ਐਲਰਜੀ, ਜਿਹਦੇ ਕਾਰਨ ਸਰੀਰ ਦੇ ਅੰਦਰ ਵੱਖ-ਵੱਖ ਤਰ੍ਹਾਂ ਦੇ ਵਿਕਾਰ ਹੁੰਦੇ ਨੇ। ਬਹੁਤ ਬੁਰੀ ਤਰ੍ਹਾਂ ਜਿਹੜਾ ਪੇਟ ਦਰਦ ਹੁੰਦਾ, ਸਰੀਰ ਦੇ ਵਿੱਚ ਹੋਰ ਬਹੁਤ ਸਾਰੇ ਵਿਕਾਰ ਪੈਦਾ ਹੋ ਜਾਂਦੇ ਨੇ ਤੇ ਕਿੰਨਾ ਲੰਬਾ ਸਮਾਂ ਜਿਹੜਾ ਸੰਤਾਪ ਭੁਗਦਾ ਖਾਣੇ ਤੋਂ। ਇੱਕ ਕਿਸਮ ਦਾ ਲੋਕ ਇਹ ਸਮਝ ਲੱਗ ਪੈਂਦੇ ਨੇ ਕਿ ਅਸੀਂ ਹੁਣ ਖਾਣਾ ਖਾ ਹੀ ਨਹੀਂ ਸਕਾਂਗੇ। ਪਰ ਕੀ ਇਹਦਾ ਕੋਈ ਹੱਲ ਹੈ? ਕਿਉਂ ਹੁੰਦੀ ਹੈ ਇਹ ਬਿਮਾਰੀ? ਇਹਦੇ ਕੀ ਲੱਛਣ ਨੇ ਅਤੇ ਕਿਸ ਤਰੀਕੇ ਦੇ ਨਾਲ ਇਲਾਜ ਕੀਤਾ ਜਾ ਸਕਦਾ? ਕੀ ਆਪਾਂ ਦਵਾਈਆਂ ਤੋਂ ਬਚਦੇ ਹੋਏ ਵੀ ਇਹਦਾ ਇਲਾਜ ਕਰ ਸਕਦੇ ਹਾਂ? ਡਾਕਟਰ ਸਾਹਿਬ, ਤੁਹਾਡਾ ਨਿਊਜ਼ ਏਸ਼ੀਆ ਪੰਜਾਬੀ 'ਤੇ ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ। ਡਾਕਟਰ ਸਾਹਿਬ, ਵੀਟ ਐਲਰਜੀ ਸੁਣਿਆ ਵੀ ਬਹੁਤ ਖਤਰਨਾਕ ਬਿਮਾਰੀ ਹੈ ਔਰ ਜਿਹੜਾ ਬੰਦਾ ਹੈ ਬਹੁਤ ਬੁਰੀ ਤਰ੍ਹਾਂ ਤਕਲੀਫ ਦੇ ਵਿੱਚ ਰਹਿੰਦਾ ਹੈ। ਕੀ ਕਹਿਣਾ ਚਾਹੋਗੇ? ਕਿੱਥੋਂ ਸ਼ੁਰੂਆਤ ਕਰੋਗੇ? ਕਿਉਂ ਹੁੰਦੀ ਹੈ? ਕੁਲਵੰਤ ਜੀ, ਜਿਹੜੀ ਪਹਿਲੀ ਤਾਂ ਐਲਰਜੀ ਸਮਝ ਲਈ ਅਸੀਂ ਕਿ ਐਲਰਜੀ ਹੁੰਦੀ ਕਿਉਂ ਆ, ਕਿਸੇ ਵੀ ਚੀਜ਼ ਤੋਂ ਐਲਰਜੀ ਕਿਉਂ ਹੁੰਦੀ ਹੈ। ਆਪਾਂ ਸ਼ਾਇਦ ਪਹਿਲਾਂ ਵੀ ਇੱਕ ਵੀਡੀਓ 'ਚ ਗੱਲ ਕੀਤੀ ਸੀ ਕਿ ਐਲਰਜੀ ਦਾ ਜਿਹੜਾ ਬੇਸਿਕ ਆਧਾਰ ਹੁੰਦਾ ਉਹ ਹੁੰਦੇ ਨੇ ਪ੍ਰੋਟੀਨਸ। ਪ੍ਰੋਟੀਨਸ ਬਾਰੇ ਆਪਾਂ ਕਿਹਾ ਸੀਗਾ, ਮੈਂ ਦੁਬਾਰਾ ਸਮਰੀ ਕਰ ਦਿੰਦਾ ਉਹਦੀ। ਆਪਾਂ ਕਿਹਾ ਸੀਗਾ ਕਿ ਪ੍ਰੋਟੀਨਸ ਜਿਹੜੇ ਹੁੰਦੇ ਨੇ, ਕੋਈ ਵੀ ਬਾਹਰਲੀ ਪ੍ਰਜਾਤੀ ਦੇ ਪ੍ਰੋਟੀਨ ਸਾਡੇ ਸਰੀਰ ਦੇ ਵਿੱਚ ਇੱਦਾਂ ਨਹੀਂ ਲੱਗ ਸਕਦੇ ਜਾ ਕੇ ਪ੍ਰੋਟੀਨ ਦੇ ਤੌਰ 'ਤੇ। ਉਹ ਕਿਉਂ ਨਹੀਂ ਲੱਗ ਸਕਦੇ, ਇਹਦੀ ਵੀ ਆਪਾਂ ਗੱਲ ਕੀਤੀ ਸੀ ਕਿ ਜੇ ਇੱਦਾਂ ਕੁਦਰਤ ਅਲਾਓ ਕਰ ਦਿੰਦੀ ਕਿ ਕਿਸੇ ਵੀ ਪ੍ਰਜਾਤੀ ਦੇ ਪ੍ਰੋਟੀਨ ਜਾ ਕੇ ਤੁਹਾਡੇ ਪ੍ਰੋਟੀਨ 'ਚ ਫਿੱਟ ਹੋ ਜਾਣ, ਤਾਂ ਪ੍ਰੋਟੀਨ ਦੇ ਅੰਦਰ ਜੀਨਸ ਨੇ ਅਤੇ ਜੀਨਸ ਜਾ ਕੇ ਸਾਡੇ ਪ੍ਰਜਨਨ ਸੈੱਲ ਜਿਹੜੇ ਬਣਦੇ, ਸਪਰਮ ਬਣਿਆ ਜਾਂ ਸਾਡਾ ਅੰਡਾ ਬਣਿਆ ਮਾਂ ਦਾ ਅਤੇ ਬਾਪ ਦਾ ਸਪਰਮ ਬਣਿਆ, ਉਹ 'ਚ ਵੀ ਹੋ ਜਾ ਕੇ ਪ੍ਰੋਟੀਨ ਲੱਗੇ ਤਾਂ ਫਿਰ ਅੱਗੇ ਅਗਲੀ ਪੀੜ੍ਹੀ ਕੀ ਬਣੇਗੀ? ਠੀਕ ਹੈ ਨਾ। ਤਾਂ ਇਹ ਜਿਹੜੀ ਕੁਦਰਤ ਨੇ ਉਹਦੇ ਅੰਦਰ ਇੱਕ ਬਹੁਤ ਸਟਰੋਂਗ ਬੈਰੀਅਰ ਲਾਇਆ ਹੋਇਆ ਕਿ ਕੋਈ ਵੀ ਪ੍ਰਜਾਤੀ ਹੈ, ਚਾਹੇ ਉਹ ਪੌਦਾ ਹੈ, ਚਾਹੇ ਉਹ ਐਨੀਮਲ ਹੈ, ਚਾਹੇ ਤੁਸੀਂ ਕਣਕ ਖਾ ਲਓ ਤਾਂ ਵੀ, ਜੇ ਮੁਰਗਾ ਖਾ ਲਓ ਜਾਂ ਬੱਕਰਾ ਖਾ ਲਓ, ਉਹ ਵੀ ਉਹਦੇ ਪ੍ਰੋਟੀਨ ਸਾਨੂੰ ਇੱਦਾਂ ਹੀ ਜਾ ਕੇ ਸਾਡੇ ਸਰੀਰ 'ਚ ਨਹੀਂ ਲੱਗਦੇ। ਸਾਡਾ ਸਰੀਰ ਪਹਿਲਾਂ ਉਹਨੂੰ ਪ੍ਰੋਟੀਨ ਨੂੰ ਤੋੜ ਕੇ ਉਹਦੇ ਮਣਕੇ, ਜਿਵੇਂ ਆਪਾਂ ਗੱਲ ਕੀਤੀ ਸੀ ਕਿ ਪ੍ਰੋਟੀਨ ਉਹਦਾ ਹੁੰਦਾ ਜਿਹਦਾ ਮਾਲਾ ਦੇ ਮਣਕੇ ਹੁੰਦੇ ਆ। ਮਾਲਾ ਪ੍ਰੋਟੀਨ ਹੈ, ਮਣਕੇ ਅਮਾਈਨੋ ਐਸਿਡਸ ਨੇ। 20-22 ਅਮਾਈਨੋ ਐਸਿਡ ਤੋਂ ਰਲ ਕੇ ਸਾਰੇ ਪ੍ਰੋਟੀਨਸ ਬਣਦੇ ਆ। ਅਮਾਈਨੋ ਐਸਿਡ ਸਾਂਝੇ ਨੇ, ਉਹੀ ਅਮਾਈਨੋ ਐਸਿਡ ਤੋਂ ਪੂਰੇ ਦੀ ਪੂਰੀ ਜੀਵਨ ਦੀ ਰਚਨਾ ਹੋਈ ਹੈ। ਉਹੀ 20-22 ਅਮਾਈਨੋ ਐਸਿਡ ਨੇ, ਲੇਕਿਨ ਉਹਦਾ ਅਰੇਂਜਮੈਂਟ ਅਲੱਗ-ਅਲੱਗ ਹੈ। ਕੋਈ ਕਿਸੇ ਥਾਂ 'ਤੇ, ਕੋਈ ਕਿਸੇ ਥਾਂ 'ਤੇ। ਇਸ ਤਰ੍ਹਾਂ ਕਰਕੇ ਜੋ ਅਰੇਂਜਮੈਂਟ ਦੇ ਸਿਰ 'ਤੇ ਮਾੜਾ ਜਿਹਾ ਅਰੇਂਜਮੈਂਟ ਬਦਲ ਜਾਵੇ ਤਾਂ ਪ੍ਰੋਟੀਨ ਬਦਲ ਜਾਂਦਾ। ਅਮਾਈਨੋ ਐਸਿਡ ਦਾ ਅਰੇਂਜਮੈਂਟ ਬਦਲ ਜਾਂਦਾ। ਜੇ ਅਮਾਈਨੋ ਐਸਿਡ ਦਾ ਅਰੇਂਜਮੈਂਟ ਬਣ ਗਿਆ, ਮੰਨ ਲਓ ਜਿਹੜਾ ਅਮਾਈਨੋ ਐਸਿਡ 1 ਨੰਬਰ 'ਤੇ ਸੀਗਾ, ਉਹਨੂੰ ਤੁਸੀਂ ਜੇ 6 ਨੰਬਰ 'ਤੇ ਕਰ ਦੋਗੇ ਤਾਂ ਹੋਰ ਪ੍ਰੋਟੀਨ ਬਣ ਗਿਆ। ਸਿਰਫ ਇੰਨੇ 'ਚ ਹੀ ਅਮਾਈਨੋ ਐਸਿਡ ਉਹੀ ਨੇ, ਲੇਕਿਨ ਅਮਾਈਨੋ ਐਸਿਡ ਦਾ ਜਿਹੜਾ ਪੈਟਰਨ ਬਦਲ ਗਿਆ ਉਹਦੇ ਅੰਦਰ, ਅਰੇਂਜਮੈਂਟ ਦੇ ਅੰਦਰ, ਤਾਂ ਉਹ ਪ੍ਰੋਟੀਨ ਅਲੱਗ ਹੋ ਜਾਂਦਾ। ਤਾਂ ਉਹ ਜਾ ਕੇ ਪ੍ਰੋਟੀਨ ਜਿਹੜਾ ਫਿਰ ਉਹ ਡਿਫਰੈਂਟ ਪ੍ਰੋਟੀਨ ਹੋ ਜਾਏਗਾ ਅਤੇ ਉਹ ਜਿਹੜਾ ਉਹਦੀ ਤੁਹਾਡੀ ਬਾਡੀ ਨੂੰ ਅਸੈਪਟ ਨਹੀਂ ਕਰੇਗੀ। ਹੁਣ ਇਹ ਜਿਹੜੇ ਪ੍ਰੋਟੀਨਸ ਨੇ, ਜਦੋਂ ਅਮਾਈਨੋ ਐਸਿਡ 'ਚ ਟੁੱਟਦੇ ਆ ਸਾਡੀਆਂ ਅੰਤੜੀਆਂ ਜਾ ਕੇ, ਤਾਂ ਇਹ ਸਾਡੀ ਅੰਤੜੀਆਂ 'ਚ ਕੰਮ ਹੁੰਦਾ। ਅੰਤੜੀਆਂ ਕੀ ਕਰਦੀਆਂ ਨੇ? ਜੋ ਵੀ ਪ੍ਰੋਟੀਨ ਅਸੀਂ ਖਾਂਦੇ ਹਾਂ, ਚਾਹੇ ਮੈਂ ਕਣਕ ਖਾ ਲਈ, ਚਾਹੇ ਛੋਲੇ ਖਾ ਲਏ, ਚਾਹੇ ਦਾਲ ਖਾ ਲਈ, ਚਾਹੇ ਮੁਰਗਾ ਖਾ ਲਿਆ, ਚਾਹੇ ਬੱਕਰਾ ਖਾ ਲਿਆ, ਜੋ ਵੀ ਖਾ ਲਿਆ, ਉਹਦੇ ਪ੍ਰੋਟੀਨ ਨੇ ਅਲਟੀਮੇਟਲੀ ਮੇਰੀਆਂ ਅੰਤੜੀਆਂ 'ਚ ਟੁੱਟ ਕੇ ਅਮਾਈਨੋ ਐਸਿਡ ਬਣਨਾ। ਉਹ 20-22 ਅਮਾਈਨੋ ਐਸਿਡ ਜਿਹੜੇ ਕਣਕ ਤੋਂ ਵੀ ਉਹੀ ਆਉਣੇ ਆ, ਲਗਭਗ ਮੁਰਗੇ ਤੋਂ ਵੀ ਉਹੀ ਆਉਣੇ ਆ, ਬੱਕਰੇ ਤੋਂ ਵੀ ਉਹੀ ਆਉਣੇ ਆ, ਹਰ ਚੀਜ਼ ਤੋਂ ਉਹੀ ਅਮਾਈਨੋ ਐਸਿਡ ਨੇ। ਇਹਦਾ ਮਤਲਬ ਮੇਰੇ ਖੂਨ 'ਚ ਪੈਟਰਨ, ਉਹਦਾ ਅਰੇਂਜਮੈਂਟ ਅਲੱਗ-ਅਲੱਗ ਹੈ, ਕਿਉਂਕਿ ਹਰ ਚੀਜ਼ ਅਰੇਂਜਡ ਹੁੰਦੀ ਹੈ ਨਾ। ਜਿਹੜਾ ਇਹਦਾ ਮੋਲੀਕੂਲ ਹੁੰਦਾ ਹੈ, ਕੈਮਿਸਟਰੀ ਦੇ ਵਿੱਚ ਮੋਲੀਕੂਲ ਵਰਡ ਹੈ, ਉਹਦੇ ਅੰਦਰ ਉਹਦੀ ਐਟਮਸ ਨੇ, ਉਹਦੀ ਅਰੇਂਜਮੈਂਟ ਹੁੰਦੀ। ਜਿੱਦਾਂ ਇੱਦਾਂ ਅਮਾਈਨੋ ਐਸਿਡ ਦੇ ਅਰੇਂਜਮੈਂਟ ਨਾਲ ਪ੍ਰੋਟੀਨ ਬਣਦਾ। ਅਮਾਈਨੋ ਐਸਿਡ ਦਾ ਅਰੇਂਜਮੈਂਟ ਇੱਧਰ ਖੱਬੇ ਵਾਲਾ ਸੱਜੇ ਹੋ ਗਿਆ, ਸੱਜੇ ਵਾਲਾ ਖੱਬੇ ਹੋ ਗਿਆ, ਇੰਨੇ 'ਚ ਹੀ ਪ੍ਰੋਟੀਨ ਬਦਲ ਜਾਂਦਾ। ਹੁਣ ਕੀ ਹੁੰਦਾ ਹੈ ਕਿ ਸਾਡੀ ਅੰਤੜੀਆਂ ਦਾ ਕੰਮ ਹੈ ਕਿ ਉਹਨੂੰ ਪ੍ਰੋਟੀਨ ਨੂੰ ਅਮਾਈਨੋ ਐਸਿਡ ਤੋੜੇ, ਪਹਿਲਾਂ ਤੋੜ ਕੇ ਫਿਰ ਉਹ ਖੂਨ 'ਚ ਕੀ ਜਾਏਗਾ? ਅਮਾਈਨੋ ਐਸਿਡ, ਪ੍ਰੋਟੀਨ ਨਹੀਂ ਜਾਏਗਾ। ਜੇ ਪ੍ਰੋਟੀਨ ਚਲਾ ਗਿਆ ਤਾਂ ਗੜਬੜ ਹੋ ਗਈ। ਇੱਥੋਂ ਐਲਰਜੀ ਸ਼ੁਰੂ ਹੁੰਦੀ ਹੈ। ਅੱਗੇ ਆਪਾਂ ਗੱਲ ਕਰਾਂਗੇ ਕਿ ਕਿਵੇਂ ਜੇਕਰ ਗਲਤੀ ਨਾਲ ਪ੍ਰੋਟੀਨ ਘੁਸ ਜਾਵੇ ਖੂਨ ਦੇ ਅੰਦਰ ਤਾਂ ਭੱਜਣਾ ਪੈ ਜਾਂਦੀ ਹੈ ਸਰੀਰ ਨੂੰ, ਕਿਉਂਕਿ ਉਹ ਸਰੀਰ ਇਹ ਨਹੀਂ ਚਾਹੁੰਦਾ, ਕੁਦਰਤ ਇਹ ਨਹੀਂ ਚਾਹੁੰਦੀ ਕਿ ਇਹ ਬੰਦਾ ਕਿਸੇ ਹੋਰ ਪ੍ਰਜਾਤੀ ਦਾ ਪ੍ਰੋਟੀਨ ਆਪਣੇ ਪ੍ਰੋਟੀਨ 'ਚ ਘਸੋੜ ਲਵੇ, ਕਿਉਂਕਿ ਉਹਦੇ ਨਾਲ ਤਾਂ ਬੜੇ ਭਿਅੰਕਰ ਕਿਸਮ ਦੇ ਸਿੱਟੇ ਨਿਕਲਣਗੇ। ਉਹ ਕੁਦਰਤ ਬਿਲਕੁਲ ਅਲਾਓ ਨਹੀਂ ਕਰਦੀ। ਕੁਦਰਤ ਪ੍ਰਜਾਤੀਆਂ ਦੀ ਪਿਓਰਿਟੀ, ਪ੍ਰਜਾਤੀਆਂ ਦੀ ਸ਼ੁੱਧਤਾ ਨੂੰ ਪੂਰਾ ਮੇਨਟੇਨ ਕਰਦੀ ਹੈ, ਤਾਂ ਹੀ ਜੀਵਨ ਚੱਲਦਾ। ਨਹੀਂ ਜੀਵਨ ਚੱਲ ਹੀ ਨਹੀਂ ਸਕਦਾ, ਜੀਵਨ ਅਸਤ ਵਿਅਸਤ ਹੀ ਹੋ ਜਾਊਗਾ। ਇਸ ਕਰਕੇ ਜੀਵਨ ਨੂੰ ਚਲਾਉਣ ਵਾਸਤੇ ਪ੍ਰਜਾਤੀਆਂ ਦੀ ਸ਼ੁੱਧਤਾ ਰੱਖਣੀ ਜਿਹੜੀ ਹੈ ਬੇਹੱਦ ਜ਼ਰੂਰੀ ਹੁੰਦੀ ਹੈ। ਅਤੇ ਪ੍ਰਜਾਤੀਆਂ ਦੀ ਸ਼ੁੱਧਤਾ ਰੱਖਣ ਲਈ ਨੇਚਰ ਨੇ ਬੈਰੀਅਰ ਲਾ ਰੱਖਿਆ ਕਿ ਤੁਸੀਂ ਇੱਧਰ ਦਾ ਇੱਧਰ ਨਹੀਂ ਕਰ ਸਕਦੇ। ਤਾਂ ਜੇ 'ਚ ਉਹਨੇ ਬੈਰੀਅਰ ਲਾਤਾ, ਅੰਤੜੀਆਂ 'ਤੇ ਇੱਕ ਫਿਲਟਰ ਲਾਤਾ ਕਿ ਤੁਸੀਂ ਸਿਰਫ ਇਹਦੇ 'ਚੋਂ, ਇਸ ਫਿਲਟਰ 'ਚੋਂ ਸਿਰਫ ਅਮਾਈਨੋ ਐਸਿਡ ਲੰਘਣਗੇ,
ਪ੍ਰੋਟੀਨ ਨਹੀਂ ਲੰਘ ਸਕਦਾ। ਹੁਣ ਹੋ ਕੀ ਗਿਆ ਕਿ ਅਸੀਂ ਸਾਡਾ ਖਾਣ ਪੀਣ, ਸਾਡਾ ਪ੍ਰਦੂਸ਼ਣ, ਸਾਡੇ ਜ਼ਹਿਰ, ਸਾਡੀ ਤਣਾਅ ਵਾਲੀ ਗੱਲ ਜਿਹੜੀ ਜ਼ਿੰਦਗੀ, ਉਹਨੇ ਸਾਡੀਆਂ ਅੰਤੜੀਆਂ ਦੇ ਉਹ ਜਿਹੜਾ ਫਿਲਟਰ ਸੀ ਉਹਨੂੰ ਖਰਾਬ ਕਰਤਾ। ਉਹਨੂੰ ਅਸੀਂ ਕਹਿੰਦੇ ਲੀਕੀ ਗੱਟ। ਲੀਕੀ ਗੱਟ ਦਾ ਮਤਲਬ ਇਹ ਆ, ਆਪਾਂ ਉਦੋਂ ਵੀ ਗੱਲ ਕੀਤੀ ਸੀ ਕਿ ਜਿਵੇਂ ਨਲਕੇ ਦੇ ਫਿਲਟਰ 'ਚ ਅਗਰ ਫਿਲਟਰ ਦਾ ਖਰਾਬ ਹੋ ਜਾਏ ਤਾਂ ਰੇਤਾ ਆਉਣ ਲੱਗ ਜਾਂਦਾ ਪਾਣੀ 'ਚ। ਤੁਸੀਂ ਦੇਖਿਆ ਹੋਣਾ ਕਿ ਰੇਤਾ ਆ ਰਿਹਾ ਜੀ, ਆਪਾਂ ਸ਼ਿਕਾਇਤ ਕਰਦੇ ਹਾਂ ਵੀ ਪਾਣੀ 'ਚ ਰੇਤਾ ਹੀ ਆ ਰਿਹਾ, ਇਹਦਾ ਮਤਲਬ ਉਹ ਫਿਲਟਰ ਖਰਾਬ ਹੈ, ਹੁਣ ਤੁਹਾਨੂੰ ਦੁਬਾਰਾ ਬੋਰ ਕਰਕੇ ਫਿਲਟਰ ਬਦਲਣਾ ਪਏਗਾ। ਹੁਣ ਇੱਥੇ ਆਪਾਂ ਫਿਲਟਰ ਤਾਂ ਨਹੀਂ ਬਦਲ ਸਕਦੇ, ਲੇਕਿਨ ਫਿਲਟਰ ਨੂੰ ਠੀਕ ਕਰ ਸਕਦੇ ਹਾਂ ਕਿਸੇ ਤਰੀਕੇ। ਤਾਂ ਉਹਦੇ ਤਰੀਕੇ ਦੀ ਗੱਲ ਕਰਾਂਗੇ ਆਪਾਂ ਕਿ ਫਿਲਟਰ ਕਿਵੇਂ। ਤਾਂ ਲੀਕੀ ਗੱਟ ਨੂੰ ਟਰੀਟ ਕਰਨਾ ਬਹੁਤ ਜ਼ਰੂਰੀ ਹੁੰਦਾ। ਜੇਕਰ ਲੀਕੀ ਗੱਟ ਹੋਏਗੀ ਤਾਂ ਪ੍ਰੋਟੀਨਸ ਜਿਹੜੇ ਨੇ ਅਰਧ ਡਾਈਜੈਸਟ ਕੀਤੇ ਹੋਏ, ਅੱਧੇ ਹਜਮ ਹੋਏ ਹੋਏ ਪ੍ਰੋਟੀਨ ਲੰਘ ਜਾਣਗੇ ਉਸ ਫਿਲਟਰ 'ਚੋਂ। ਅਤੇ ਜਦੋਂ ਪ੍ਰੋਟੀਨ ਲੰਘ ਗਿਆ, ਜੇ ਅਮਾਈਨੋ ਐਸਿਡ ਬਣੇ ਨਹੀਂ ਹੈਗੇ, ਉਹ ਛੋਟੇ ਛੋਟੇ ਗੁੱਛੇ ਨੇ, ਜਿਵੇਂ ਵੱਡੀ ਮਾਲਾ ਸੀ, ਫਿਰ ਗੁੱਛਿਆਂ 'ਚ ਟੁੱਟੀ, ਫਿਰ ਇਕੱਲੇ ਮਣਕੇ 'ਚ ਟੁੱਟੀ। ਹਾਲੇ ਜਦੋਂ ਗੁੱਛੇ ਹੀ ਨੇ ਤਾਂ ਗੁੱਛਾ ਲੰਘ ਗਿਆ ਧੱਕੇ ਨਾਲ ਹੀ, ਕਿਉਂਕਿ ਲੀਕੀ ਗੱਟ ਹੈ। ਯਾਨੀ ਕਿ ਗੁੱਛਿਆਂ ਨੂੰ ਤੋੜ ਕੇ, ਪ੍ਰੋਟੀਨ ਨੂੰ ਗੁੱਛਿਆਂ 'ਚ ਤੋੜ ਕੇ ਉਹਨੂੰ ਆਪਣੇ ਹਿਸਾਬ ਨਾਲ ਫਿਰ ਤਰਤੀਬਬੱਧ ਕਰਦੀ ਹੈ ਬੋਡੀ। ਉਹਨਾਂ ਗੁੱਛਿਆਂ ਨੂੰ ਵੀ ਅਮਾਈਨੋ ਐਸਿਡ ਤੋੜਦੀ, ਇਕੱਲਾ ਮਣਕਾ, ਉਹੀ ਇਕੱਲੇ ਮਣਕੇ ਨੂੰ ਫਿਰ ਤਰਤੀਬਬੱਧ ਕਰਦੀ ਹੈ ਆਪਣੇ। ਫਿਰ ਉਹਦੇ ਅੰਦਰ ਬੋਡੀ ਸਿਸਟਮ ਹੈ ਕਿ ਆਪਣੇ ਪ੍ਰੋਟੀਨ ਕਿਵੇਂ ਬਣਨੇ ਉਹਨਾਂ ਅਮਾਈਨੋ ਐਸਿਡ ਤੋਂ। ਅਮਾਈਨੋ ਐਸਿਡ ਦਾ ਪੂਲ ਚਲਾ ਗਿਆ ਨਾ ਬਲੱਡ 'ਚ ਇੱਕ ਅਮਾਈਨੋ ਐਸਿਡ ਚਲੇ ਗਏ ਸਾਰੇ, ਉਹ 20, 22, 24 ਅਮਾਈਨੋ ਐਸਿਡ ਜਿਹੜੇ ਨੇ ਉਹ ਘੁੰਮ ਰਹੇ ਹੈ ਖੂਨ 'ਚ। ਹੁਣ ਉਹ ਉੱਥੇ ਉਹ ਜਿਹੜੀ ਫੈਕਟਰੀ ਲੱਗੀ ਹੋਈ ਹੈ ਪ੍ਰੋਟੀਨ ਬਣਾਉਣ ਦੀ ਸਾਡੇ ਸਰੀਰ 'ਚ, ਉਹ ਸੈੱਲ ਦੇ ਅੰਦਰ ਹੈ, ਉਹਨੂੰ ਲਾਈਸੋਸੋਮ ਕਹਿੰਦੇ ਆ। ਉਹਨੂੰ ਪ੍ਰੋਟੀਨ ਬਣਾਉਣ ਦਾ ਗੁਰ ਸਾਂਚਾ ਦਿੱਤਾ ਹੋਇਆ ਕੁਦਰਤ ਨੇ, ਵੀ ਤੂੰ ਆਪਣੇ ਪ੍ਰੋਟੀਨ ਬਣਾਉਣੇ, ਤੇਰੇ ਕੋਲ ਆਹ ਸਾਂਚਾ ਹੈ। ਹਰ ਸੈੱਲ ਕੋਲ ਉਹਦੇ ਅੰਦਰ ਇੱਕ ਨਹੀਂ ਅਨੇਕਾਂ ਉਹਦੀਆਂ ਫੈਕਟਰੀਆਂ ਨੇ। ਇੱਕ ਸੈੱਲ ਦੇ ਵਿੱਚ ਇੱਕੋ ਸੈੱਲ 'ਚ ਕਈ ਸਾਰੀਆਂ ਫੈਕਟਰੀਆਂ ਨੇ ਪ੍ਰੋਟੀਨ ਬਣਾਉਣ ਦੀਆਂ। ਤਾਂ ਕੁਦਰਤ ਨੂੰ ਸਾਂਚਾ ਬਣਾ ਕੇ ਦਿੱਤਾ। ਜਿੱਦਾਂ ਆਪਾਂ ਇੱਟ ਬਣਾਉਣੇ ਆ, ਜਿੱਦਾਂ ਦੀ ਇੱਟ ਬਣਾਉਣੀ ਹੈ ਉਹਦਾ ਸਾਂਚਾ ਅਲੱਗ ਹੈ। ਜੇ ਟਾਇਲ ਬਣਾਉਣੀ ਉਹਦਾ ਸਾਂਚਾ ਅਲੱਗ ਹੈ, ਵੱਡੀ ਇੱਟ ਬਣਾਉਣੀ ਦਾ ਸਾਂਚਾ ਅਲੱਗ ਹੈ। ਤਾਂ ਕੁਦਰਤ ਨੂੰ ਸਾਂਚਾ ਦਿੱਤਾ ਹੋਇਆ ਵੀ ਇੱਦਾਂ ਦਾ ਪ੍ਰੋਟੀਨ ਬਣਾਉਣਾ ਤੂੰ ਅਮਾਈਨੋ ਐਸਿਡ ਤੋਂ। ਉਹਦਾ ਉਹੀ ਪ੍ਰੋਟੀਨ ਬਣਾ ਸਕਦਾ, ਉਹਦੇ ਕੋਲ ਕੋਈ ਪਾਵਰ ਨਹੀਂ ਹੈ ਕਿ ਉਹ ਇੱਧਰ ਉੱਧਰ ਕਰੇਗਾ, ਕਿਉਂਕਿ ਉਹ ਪਾਵਰ ਖੋਲੀ ਹੋਈ ਨੇਚਰ ਨੇ ਤੁਹਾਨੂੰ ਬਿਲਕੁਲ ਉੱਦਾਂ ਹੀ ਬਣਾਇਆ ਕਿ ਤੇਰੇ ਕੋਲ ਸਾਂਚਾ, ਆਹ ਪ੍ਰੋਟੀਨ ਬਣਾਉਣੇ, ਆਹ ਇਸ ਬੰਦੇ ਦੇ ਪ੍ਰੋਟੀਨ ਨੇ, ਇਸ ਤੋਂ ਬਾਹਰ ਨਹੀਂ ਬਣਾਉਣੇ। ਪ੍ਰੋਟੀਨ ਵੀ ਹਰ ਬੰਦੇ ਦੇ ਅੱਡ ਹੁੰਦੇ ਨੇ, ਹਰ ਪ੍ਰਜਾਤੀ ਦੇ ਬਹੁਤ ਹੀ ਅਲੱਗ ਹੁੰਦੇ ਆ। ਅੱਗੇ ਇੰਡੀਵਿਜੂਅਲ ਬੰਦਿਆਂ ਦੇ ਵੀ ਕੁਛ ਅਲੱਗ ਹੁੰਦੇ ਆ। ਮਤਲਬ ਜਿਵੇਂ ਨਹੀਂ, ਮਨੁੱਖ ਦੇ ਵਿੱਚ ਵੀ ਜਿਵੇਂ ਨੀਗਰੋਜ਼ ਨੇ, ਜਿਸ ਤਰ੍ਹਾਂ ਜਿਹੜੇ ਚਾਈਨੀਜ਼ ਨੇ, ਇਹਨਾਂ ਦੇ ਅਲੱਗ ਉਹ ਥੋੜਾ ਫਰਕ ਹੁੰਦਾ। ਮਨੁੱਖਤਾ ਦੇ ਜੀਨ ਉਹੀ ਨੇ, ਕਿਉਂ ਤਾਂ ਹੀ ਆਪਾਂ ਕ੍ਰਾਸ ਬਰੀਡ ਕਰ ਲੈਂਦੇ ਨਾ। ਮਨ ਕੋਈ ਨੀਗਰੋ ਗੋਰੇ ਨਾਲ ਵਿਆਹ ਕਰ ਲਵੇ ਤਾਂ ਬੱਚੇ ਤਾਂ ਹੋਣਗੇ ਨਾ। ਇਹਦਾ ਮਤਲਬ ਹੈ ਕੁਦਰਤ ਨੂੰ ਅਲਾਓ ਕਰਦੀ ਹੈ। ਤਾਂ ਉਹਦੇ 'ਚ ਜ਼ਿਆਦਾ ਫਰਕ ਨਹੀਂ ਹੈ, ਥੋੜ੍ਹਾ ਫਰਕ ਹੈ ਬਹੁਤ। ਲੇਕਿਨ ਮਨੁੱਖ ਦਾ ਫਰਕ ਗਧੇ ਨਾਲੋਂ ਜ਼ਿਆਦਾ ਹੈ। ਮਤਲਬ ਗਧੇ ਦੇ ਪ੍ਰੋਟੀਨ ਅਤੇ ਮਨੁੱਖ ਦੇ ਪ੍ਰੋਟੀਨ 'ਚ ਬਹੁਤ ਫਰਕ ਹੈ। ਇਸੇ ਤਰ੍ਹਾਂ ਜਿਹੜੇ ਪੌਦੇ ਨੇ, ਕਣਕ ਦੇ ਪ੍ਰੋਟੀਨ ਅਤੇ ਮਨੁੱਖ ਦੇ ਪ੍ਰੋਟੀਨ 'ਚ ਬਹੁਤ ਜ਼ਿਆਦਾ ਫਰਕ ਹੈ, ਹੋਰ ਵੀ ਜ਼ਿਆਦਾ ਫਰਕ ਹੈ। ਤਾਂ ਜਿੰਨਾ ਮਨੁੱਖ ਦੇ ਨੇੜੇ ਕੋਈ ਜੀਵ ਹੈ, ਉਹਦਾ ਫਰਕ ਉਹਨਾਂ ਘੱਟ ਜਾਏ। ਜਿਵੇਂ ਮਨੁੱਖ ਦਾ ਜਿਹੜਾ ਚੰਪੈਂਜ਼ੀ ਹੈ, ਉਹ ਸਾਡੇ ਸਭ ਤੋਂ ਨੇੜੇ ਹੈ, ਲੰਗੂਰ ਕਹਿੰਦੇ ਜਿਹਨੂੰ ਆਪਾਂ। ਚੰਪੈਂਜ਼ੀ ਮਨੁੱਖ ਦੇ ਸਭ ਤੋਂ ਨੇੜੇ, ਤਾਂ ਉਹਦੇ ਪ੍ਰੋਟੀਨ ਅਤੇ ਸਾਡੇ ਪ੍ਰੋਟੀਨ ਬਹੁਤ ਮਿਲਦੇ ਆ। ਫਿਰ ਬਾਂਦਰ ਨਾਲ ਮਿਲਦੇ ਆ। ਇੱਦਾਂ ਜਿਵੇਂ ਫਿਰ ਜਿੰਨੇ ਮੈਮਲਸ ਨੇ, ਦੁੱਧ ਪਿਆਉਣ ਵਾਲੇ ਜਾਨਵਰ ਨੇ, ਉਹਨਾਂ ਨਾਲ ਮਿਲਦੇ ਜੁਲਦੇ ਆ। ਤਾਂ ਇਸ ਤਰ੍ਹਾਂ ਅਤੇ ਜਿਵੇਂ ਉਹ ਗੈਪ ਵੱਧਦਾ ਜਾਂਦਾ ਤਾਂ ਪ੍ਰੋਟੀਨ ਦਾ ਫਰਕ ਪੈਂਦਾ ਜਾਂਦਾ। ਸੋ ਉਹ ਆਪਾਂ ਗੱਲ ਕਰ ਰਹੇ ਸੀ ਵੀ ਆਧਾਰ ਦੀ, ਕਿ ਐਲਰਜੀ ਦਾ ਆਧਾਰ ਕੀ ਹੈ। ਹੁਣ ਐਲਰਜੀ ਦਾ ਆਧਾਰ ਕੀ ਹੈ ਕਿ ਕੋਈ ਪ੍ਰੋਟੀਨ ਅਸੀਂ ਇਹੋ ਜਿਹਾ ਖਾ ਲਿਆ ਜਿਹੜਾ ਸਾਡਾ ਸਰੀਰ ਹਜਮ ਤਾਂ ਕਰ ਨਹੀਂ ਸਕਿਆ ਉਹਨੂੰ, ਕਿਉਂਕਿ ਉਹ ਪ੍ਰੋਟੀਨ ਕੋਈ ਨਵਾਂ ਜਿਹਾ ਸੀਗਾ, ਜਾਂ ਪ੍ਰੋਟੀਨ ਕੋਈ ਮੋਡੀਫਾਈ ਕਰਤਾ ਗਿਆ। ਸਾਡੇ ਸਰੀਰ ਕੋਲ ਉਹਨੂੰ ਹਜਮ ਕਰਨ ਦਾ ਆਪਰੇਟਸ ਹੀ ਹੈ ਨਹੀਂ। ਕੋਈ ਹਰ ਪ੍ਰੋਟੀਨ ਨੂੰ ਹਜਮ ਕਰਨ ਲਈ ਸਾਡੇ ਸਰੀਰ ਕੋਲ ਕੋਈ ਖਾਸ ਕਿਸਮ ਦੇ ਰਸ ਨੇ। ਜੇ ਉਹ ਰਸ ਹੀ ਸਾਡੇ ਕੋਲ ਹੋਰ ਨੇ ਅਤੇ ਖਾਸ ਅਸੀਂ ਕੁਛ ਹੋਰ ਲਿਆ, ਤਾਂ ਫਿਰ ਕੀ ਹੋਏਗਾ ਕਿ ਉਹ ਜਿਹੜੇ ਪ੍ਰੋਟੀਨ ਹਜਮ ਨਹੀਂ ਹੋਏਗਾ, ਅਤੇ ਹਜਮ ਨਹੀਂ ਹੋਏਗਾ ਤਾਂ ਫਿਰ ਉੱਥੇ ਫਿਰੀ ਜਾਏਗਾ ਤਾਂ ਕੁਛ ਨਾ ਕੁਛ ਧੱਕੇ ਨਾਲ ਉਹ ਫਿਲਟਰ 'ਚੋਂ ਲੀਕੀ ਗੱਟ 'ਚੋਂ ਲੰਘ ਜਾਏਗਾ। ਜਿਹੜੇ ਪ੍ਰੋਟੀਨ ਅਸੀਂ ਆਦੀ ਹਾਂ ਖਾਣ ਦੇ ਰੋਜ਼, ਕੁਦਰਤੀ ਨੇ, ਜਾਂ ਸਾਡੀ ਪੀੜ੍ਹੀ ਦਰ ਪੀੜ੍ਹੀ ਆਦੀ ਸੀਗੀ। ਮਤਲਬ ਮੇਰੇ ਦਾਦੇ ਪੜਦਾਦੇ ਤੋਂ ਸਾਰੇ ਉਹੀ ਪ੍ਰੋਟੀਨ ਖਾ ਰਹੇ ਸੀਗੇ, ਤਾਂ ਉਹ ਫਿਰ ਮੇਰੇ ਸਰੀਰ ਦੇ ਅੰਦਰ ਉਹ ਮਸ਼ੀਨਰੀ ਐਫੀਸ਼ੀਐਂਟ ਹੈ, ਉਹ ਜਾਣ ਸਾਰ ਨੂੰ ਹਜਮ ਕਰ ਦਿੰਦੀ ਹੈ। ਇਸ ਤੋਂ ਪਹਿਲਾਂ ਕਿ ਉਹ ਲੀਕੀ ਗੱਟ 'ਚੋਂ ਲੰਘ ਜਾਣਾ, ਉਹ ਪਹਿਲਾਂ ਹੀ ਤੋੜ ਕੇ ਮਣਕਿਆਂ 'ਚ ਮਾਰਦੀ ਹੈ, ਚੱਲ ਮਣਕੇ ਲੰਘੀ ਜਾਣ। ਲੇਕਿਨ ਜਿਹੜਾ ਪ੍ਰੋਟੀਨ ਤੁਸੀਂ ਅਜੀਬ ਜਿਹਾ ਖਾ ਲਿਆ ਕੋਈ, ਜਾਂ ਤੁਸੀਂ ਕੋਈ ਬਦਲਿਆ ਹੋਇਆ ਪ੍ਰੋਟੀਨ ਖਾ ਲਿਆ, ਕਿ ਤੁਸੀਂ ਮੈਨ ਮੇਡ ਪ੍ਰੋਟੀਨ ਆ ਗਿਆ ਅੱਜ ਕੱਲ੍ਹ ਬਹੁਤ ਜ਼ਿਆਦਾ, ਜਿਵੇਂ ਜੈਨੇਟਿਕਲੀ ਮੋਡੀਫਾਈਡ ਫਸਲਾਂ ਨੇ, ਹਾਈਬ੍ਰਿਡ ਫਸਲਾਂ ਨੇ, ਇੱਦਾਂ ਨੂੰ ਬਦਲ ਦਿੱਤਾ ਗਿਆ। ਜਿਵੇਂ ਕਣਕ ਦੇ ਮਾਮਲੇ 'ਚ ਵੀ ਇਹੀ ਹੈ ਕਿ ਕਣਕ ਸਾਡੀ ਜਿਹੜੀ ਸੀਗੀ, ਦੇਸੀ ਕਣਕ ਸੀ ਜਿਹੜੀ, ਉਹ ਹੋਰ ਸੀਗੀ, ਇਹ ਕਣਕ ਹੋਰ ਹੈ। ਉਹ ਸਾਇੰਟਿਸਟਾਂ ਨੇ ਜੀਨ ਟੈਸਟ ਕਰਕੇ ਵੀ ਦੱਸਦਾ ਵੀ ਇਹਦਾ ਜੀਨ ਹੀ ਕੁਛ ਹੋਰ ਨੇ, ਉਹਦੇ ਨਾਲ ਮਿਲਦੇ ਹੀ ਨਹੀਂ ਹੈ। ਹਾਂ, ਜਿਹੜੀ ਸਾਡੀ ਪੁਰਾਤਨ ਕਣਕ ਸੀਗੀ, ਉਹਦੇ ਜੀਨ ਅਤੇ ਇਹਦੇ ਜੀਨ 'ਚ ਕੋਈ ਮੇਲ ਹੀ ਨਹੀਂ ਹੈ ਆਪਸ 'ਚ। ਕਿਤੇ ਸ਼ਕਲ ਕਣਕ ਦੀ ਹੈ, ਬਾਕੀ ਸਾਰਾ ਜੈਨੇਟਿਕ ਸਟਰਕਚਰ ਅਲੱਗ ਹੈ ਇਹਦਾ। ਫਿਰ ਇਹ ਵੀ ਜੀਓਮੋ ਕਹਿ ਸਕਦੇ ਆਪਾਂ ਇਹਨੂੰ?
नहीं ਜੈਨੇਟਿਕਲੀ ਮੋਡੀਫਾਈਡ ਕਲਾਸੀਕਲ ਢੰਗ ਨਾਲ ਨਹੀਂ ਕਹਿਣੀ ਚਾਹੀਦੀ, ਹਾਈਬ੍ਰਿਡ ਹੈ ਇਹਨੂੰ। ਹਾਈਬ੍ਰਿਡਾਈਜੇਸ਼ਨ ਵੀ ਇੱਕ ਕਿਸਮ ਦੀ ਮੋਡੀਫਿਕੇਸ਼ਨ ਹੈ, ਲੇਕਿਨ ਉਹ ਕਲਾਸੀਕਲ ਸੈਂਸ 'ਚ ਜੈਨੇਟਿਕਲੀ ਮੋਡੀਫਿਕੇਸ਼ਨ ਨਹੀਂ ਹੈ ਜਿਹੜੀ ਧੱਕੇ ਨਾਲ ਜੀਨ ਪਾਉਂਦੇ ਆ। ਅੱਜ ਕੱਲ੍ਹ ਉਹ ਕਣਕ ਮਿਲਦੀ ਨਹੀਂ, ਉਹਦਾ ਬੀਜ ਵੀ ਨਹੀਂ ਮਿਲਦਾ। ਮੀਹਾਨ ਅਸੀਂ ਲਿਆਂਦਾ ਹੋਇਆ, ਲੱਭ ਲਿਆ ਹੋਇਆ ਸੀ, ਅਸੀਂ ਹੁਣ ਕਿਸਾਨਾਂ ਤੋਂ ਭਿਜਵਾ ਰਹੇ ਹਾਂ ਉਹ। ਹਾਂ, ਉਹਦਾ ਨਾਮ ਮੈਂ ਭੁੱਲ ਗਿਆ, ਉਹ ਜਿਹੜੀ ਪੁਰਾਤਨ ਕਣਕ ਹੈ, ਉਹਦਾ ਨਾਮ ਹੈਗਾ, ਚਲੋ ਮੇਰੇ ਦਿਮਾਗ 'ਚ ਆ ਜਾਏਗਾ ਸ਼ਾਇਦ। ਸੋ ਉਹ ਕਣਕ ਲਿਆਂਦੀ ਹੈ। ਇੱਕ ਪੁਰਾਣੀ ਦੇਸੀ ਕਣਕਾਂ ਸੀ ਜਿਹੜੀਆਂ, ਜਿਵੇਂ ਬੰਸੀ ਸੀਗੀ ਜਾਂ ਹੋਰ ਜਿਹੜੀਆਂ ਕਣਕਾਂ ਸੀ ਆਪਣੇ ਪੁਰਾਤਨ, ਉਹ ਉਹਨਾਂ ਦੇ ਵੀ ਸਾਰੀਆਂ ਦੇ ਲਗਭਗ ਸੀ ਲੱਭ। ਗੋਲ ਜਿਹੜੀ ਆ ਉਹ ਹੈ ਗੋਲ ਕਣਕ ਆ ਗਈ ਹੋਈ ਹੈ। ਤਾਂ ਉਹ ਕਈ ਕਿਸਮ ਦੀਆਂ ਜਿਹੜੀਆਂ ਪੁਰਾਤਨ ਕਣਕਾਂ ਸੀਗੀਆਂ, 7, 8, 10 ਕਿਸਮ ਦੀਆਂ। ਹਾਂ, ਉਹ ਦਾਣੇ ਮੋਟੇ ਹੁੰਦੇ, ਰੋਟੀ ਬੜੀ ਸਵਾਦ ਹੁੰਦੀ ਹੈ, ਉਹ ਚਿਪਕਦੀ ਨਹੀਂ, ਉਹਦੇ ਨਾਲ ਚਿਪਕਾਹਟ ਘੱਟ ਹੈ ਬਹੁਤ ਜ਼ਿਆਦਾ ਉਹਦੇ 'ਚ। ਜਦੋਂ ਮੈਦਾ ਕੱਢਦੇ ਹੁੰਦੇ ਸੀ, ਮੈਨੂੰ ਯਾਦ ਹੈ, ਤਾਂ ਬੂਰਾ ਬਹੁਤ ਜ਼ਿਆਦਾ ਨਿਕਲਦਾ ਸੀ। ਅੱਜ ਦੀ ਕਣਕ 'ਚੋਂ ਬੂਰਾ ਨਹੀਂ ਨਿਕਲਦਾ ਬਹੁਤ। ਛਾਣ ਬੂਰਾ ਖਰੀਦਣ ਵਾਲੇ ਆਉਂਦੇ ਹੁੰਦੇ ਸੀ। ਹਾਂ, ਨਹੀਂ ਜਦੋਂ ਤੁਸੀਂ ਕੱਪੜ ਛਾਣ ਕਰਕੇ ਨਾ, ਜੋ ਮੈਦਾ ਪਹਿਲਾਂ ਬਣਾ ਨਹੀਂ ਸੀ ਲੈਂਦੇ ਹੁੰਦੇ, ਉਹਦੇ ਕੱਪੜੇ 'ਚੋਂ ਛਾਣ ਕੇ ਮੈਦਾ ਬਣਾ ਲੈਂਦੇ ਹੁੰਦੇ ਸੀ। ਸੇਵੀਆਂ ਬਣਾਉਣੇ ਹੁੰਦੇ ਸੀ ਨਾ, ਤਾਂ ਕੱਪੜੇ 'ਚੋਂ ਛਾਣ ਲੈਂਦੇ ਹੁੰਦੇ ਸੀ, ਉਹਨੂੰ ਕੱਪੜ ਛਾਣ ਕਹਿੰਦੇ ਸੀ। ਤਾਂ ਮੈਦਾ ਥੋੜ੍ਹਾ ਨਿਕਲਦਾ ਹੁੰਦਾ ਸੀਗਾ, ਅਤੇ ਬਾਕੀ ਆਟਾ ਜ਼ਿਆਦਾ ਹੁੰਦਾ ਸੀਗਾ ਉਹਦੇ 'ਚ, ਮਤਲਬ ਜਿਹੜਾ ਫਾਈਬਰ ਕੰਟੈਂਟ ਸੀ ਉਹਦਾ ਜ਼ਿਆਦਾ ਸੀਗਾ। ਹੁਣ ਜਿਹੜੀ ਕਣਕ ਹੈ, ਇਹਦਾ ਫਾਈਬਰ ਕੰਟੈਂਟ ਵੀ ਘੱਟ ਹੈ, ਅਤੇ ਇਹਦੇ ਅੰਦਰ ਲੇਸ ਬਹੁਤ ਜ਼ਿਆਦਾ, ਜਿਹਨੂੰ ਗਲੂਟਨ ਕਹਿੰਦੇ ਆਪਾਂ। ਗਲੂਟਨ ਉਹ ਪ੍ਰੋਟੀਨ ਹੈ ਜਿਹਦੇ ਕਰਕੇ ਲੇਸ ਹੈ ਇਹਦੇ ਅੰਦਰ, ਲੇਸਲਾਪਨ ਹੈ। ਅਤੇ ਲੇਸਲਾਪਨ ਦੇ ਹਿਸਾਬ ਨਾਲ ਅਸੀਂ ਆਪਣੀ ਸਾਰੀ ਇੰਡਸਟਰੀ ਜਿਹੜੀ ਹੈ ਫੂਡ ਦੀ, ਉਹਨੇ ਆਪਣੇ ਸਾਰੇ ਪ੍ਰੋਡਕਟ ਲੇਸਲੇ ਹਿਸਾਬ ਨਾਲ, ਉਹਦੇ ਹਿਸਾਬ ਨਾਲ ਐਡਜਸਟ ਕੀਤੇ ਹੋਏ ਆ। ਉਹ ਜਿਹਦੀ ਫਰਕ ਬ੍ਰੈਡ ਹੈ, ਹੁਣ ਬ੍ਰੈਡ ਜਦ ਤੱਕ ਲੇਸ ਨਾ ਹੋਵੇ ਤਦ ਤੱਕ ਬ੍ਰੈਡ ਬਣਦੀ ਨਹੀਂ ਹੈ। ਬਿਸਕੁਟ ਨੇ ਉਹ ਵੀ ਨਰਮ ਨਹੀਂ ਬਣਦੇ, ਸਖਤ ਬਣਦੇ ਆ। ਤਾਂ ਇਸ ਕਰਕੇ ਜਿਹੜੀ ਇੰਡਸਟਰੀ ਹੈ ਉਹਨੇ ਕਣਕ ਦੇ ਹਿਸਾਬ ਨਾਲ ਢਾਲਿਆ ਹੋਇਆ ਆਪਣੇ ਆਪ ਨੂੰ। ਹੁਣ ਜਿਹੜੀ ਕਣਕ ਹੈ ਉਹ ਮੋਡੀਫਾਈ ਹੋ ਗਈ, ਉਹਨੂੰ ਹਾਈਬ੍ਰਿਡ ਲਿਆਂਦਾ ਸੀ। ਕਿਸ ਪਤਾ ਨਹੀਂ ਉਹਦੇ 'ਚ ਕਿਹਾ ਗਿਆ ਵੀ ਫੂਡ ਦੀ ਬੜੀ ਸ਼ਾਰਟੇਜ ਹੈ, ਖਾਣ ਲਈ ਸਾਨੂੰ ਹਾਈ ਯੀਲਡਿੰਗ ਵੈਰਾਈਟੀ ਚਾਹੀਦੀਆਂ ਨੇ। ਹਾਈ ਯੀਲਡਿੰਗ ਵੈਰਾਈਟੀਜ਼ ਆਈਆਂ, ਹਾਈ ਯੀਲਡਿੰਗ ਵੈਰਾਈਟੀ ਬਿਮਾਰੀ ਬਹੁਤ ਕੈਚ ਕਰਦੀਆਂ ਸੀਗੀਆਂ। ਫਿਰ ਪੈਸਟੀਸਾਈਡ ਆ ਗਏ ਮਗਰ। ਪਹਿਲਾਂ ਹਾਈ ਯੀਲਡਿੰਗ ਬੀਜ ਲਿਆਂਦੇ ਕਿ ਉਹ ਪੌਦਾ ਠਿਗਣਾ ਜਿਹਾ ਸੀਗਾ। ਉਹ ਜਿਹੜੀ ਕਣਕ ਹੁੰਦੀ ਸੀ ਉਹ ਹੋ ਜਾਂਦੀ ਸੀ ਲੰਬੀ, ਬੰਦੇ ਜਿਹੀ ਨਹੀਂ ਲੰਬੀ, ਮਤਲਬ ਕਣਕ ਦੀ ਬੱਲੀ ਜਿਹੜੀ ਸੀ ਬੰਦੇ ਦੇ ਸਿਰ ਨੂੰ ਜਾਂ ਗਰਦਨ ਤੱਕ ਪਹੁੰਚਦੀ ਸੀ। ਉਹਦੀ ਤੂੜੀ ਵੀ ਵੱਧ ਨਿਕਲਦੀ ਬਹੁਤ ਜ਼ਿਆਦਾ, ਔਰ ਤੂੜੀ ਡੰਗਰ ਖਾਂਦੇ ਬਹੁਤ ਸਵਾਦ ਨਾਲ ਸੀਗੇ, ਬੜੇ ਸ਼ੌਕ ਨਾਲ ਖਾਂਦੇ ਸੀਗੇ। ਤਾਂ ਉਹ ਜਿਹੜਾ ਸੀ, ਉਹ ਜਿਹੜੀ ਕਣਕ ਸੀਗੀ ਜਿਹੜੀ ਬੰਦੇ ਦੇ ਗਲ ਤੱਕ ਪਹੁੰਚਦੀ ਸੀਗੀ, ਉਹ ਕਣਕ ਹੁਣ ਹੈ ਨਹੀਂ ਗੀ। ਹੁਣ ਜਿਹੜੀ ਉਹ ਠਿਗਣੀ ਜੀ ਕਣਕ ਹੈ, ਗੋਡੇ ਵੀ ਤੋਂ ਵੀ ਤਾਂ ਨਹੀਂ ਜਾਂਦੀ, ਉਹ ਜੇ ਬੰਦੇ ਦੇ ਗੋਡੇ ਵੀ ਨਹੀਂ ਲੁਕਦੇ ਉਹ 'ਚ। ਤਾਂ ਉਹ ਜਿਹੜੀ ਕਣਕ ਹੈ ਉਹ ਕਣਕ ਹਾਈਬ੍ਰਿਡ ਵੈਰਾਈਟੀ ਜਿਹੜੀ ਹੈ ਕਣਕ ਦੀ, ਜਿਹੜੀ ਸ਼ਾਰਟ ਸਟੇਚਰਡ ਹੈ, ਉਹਦੇ ਅੰਦਰ ਜਿਹੜੇ ਉਹ ਗੁਣ ਡਿਫਰੈਂਟ ਨੇ, ਸ਼ਕਲ ਉਹੀ, ਬੀਜ ਉਹੀ ਉੱਦਾਂ ਦੇ ਲੱਗਦੇ ਆ। ਰੋਟੀ ਦਾ ਸਵਾਦ ਵੀ ਡਿਫਰੈਂਟ ਹੈ, ਉਹ ਸੁੱਕ ਵੀ ਬਹੁਤ ਜਲਦੀ ਜਾਂਦੀ ਹੈ। ਮੈਨੂੰ ਯਾਦ ਹੈ ਬਚਪਨ ਦੇ ਅੰਦਰ ਜਿਹੜੀ ਅਸੀਂ ਰੋਟੀ ਖਾਂਦੇ ਹੁੰਦੇ ਸੀ ਕਣਕ ਦੀ, ਸਾਰਾ ਦਿਨ ਪਈ ਰਹਿੰਦੀ ਸੀ। ਉਹ ਸਵੇਰ ਦੀ ਬਣੀ ਸ਼ਾਮ ਤੱਕ ਵੀ ਚੱਕਣੇ ਸੀ। ਨਾਲੇ ਕੋਈ ਲੰਬੇ ਚੌੜੇ ਉਹ ਕੰਟੇਨਰ ਨਹੀਂ ਸੀ ਹੁੰਦੇ, ਚਿੱਕੂ ਹੀ ਹੁੰਦੇ ਸੀਗੇ। ਇੱਕ ਹੋਰ ਹੈ ਕਿ ਪਰਿਵਾਰ ਦੇ ਵਿੱਚ ਜਿਹੜੀਆਂ ਬਜ਼ੁਰਗ ਲੇਡੀਜ਼ ਹੁੰਦੀਆਂ ਸੀ, ਉਹ ਕਹਿੰਦੀਆਂ ਰੋਟੀਆਂ 8-10 ਫਾਲਤੂ ਬਣਾ ਕੇ ਰੱਖ ਦਿਓ, ਕੋਈ ਲੈਣ ਹੀ ਆ ਜਾਂਦਾ। ਬਿਲਕੁਲ, ਕੋਈ ਭਿਖਾਰੀ ਆ ਗਿਆ, ਮੰਗਤਾ ਆ ਗਿਆ, ਕੋਈ ਸੰਤ ਮਹਾਤਮਾ ਪੁਰਾਣੇ ਜ਼ਮਾਨੇ 'ਚ ਬਹੁਤ ਆਉਂਦੇ ਹੁੰਦੇ ਸੀਗੇ। ਜਿਹੜੇ ਸੰਤ ਮਹਾਤਮਾ ਪ੍ਰਚਾਰਕ ਆਉਂਦੇ ਹੁੰਦੇ ਸੀਗੇ, ਉਹ ਰਸੋਈ ਥੋੜ੍ਹਾ ਚਲਾਉਂਦੇ ਸੀ। ਉਹ ਘਰਾਂ 'ਚੋਂ ਅੱਜ ਗੁਰਦੁਆਰਾ ਸਾਹਿਬ ਸਾਡੇ ਲੰਗਰ ਜਿਹੜੇ ਗਜ਼ਾ ਇਕੱਠੀ ਕਰਦੇ ਆ, ਤਾਂ ਉਹ ਸਾਰਾ ਕੁਝ ਪਿੰਡ 'ਚੋਂ ਇਕੱਠਾ ਕਰਦੇ ਸੀਗੇ। ਅਤੇ ਉਹ ਸਾਰੇ ਵਾਧੂ ਬਣਾ ਕੇ ਰੱਖੀਆਂ ਹੁੰਦੀਆਂ ਸੀਗੀਆਂ ਵੀ ਕੋਈ ਆ ਗਿਆ, ਕੋਈ ਗਰੀਬ ਗੁਰਬਾ, ਕੋਈ ਰਾਹਗੀਰ, ਕੋਈ ਮੁਸਾਫਰ, ਤਾਂ ਕੋਈ ਘਰ 'ਚ ਆ ਕੇ ਕਹਿ ਦੇਵੇ ਮੈਂ ਰੋਟੀ ਖਾਣੀ, ਮੈਨੂੰ ਭੁੱਖ ਲੱਗੀ, ਤਾਂ ਕੋਈ ਮੋੜਦਾ ਨਹੀਂ ਸੀ ਹੁੰਦਾ। ਅਤੇ ਰੋਟੀ ਉੱਦਾਂ ਦੀ ਪਈ ਹੁੰਦੀ ਸੀ, ਦਾਲ ਸਬਜ਼ੀ ਕੋਈ ਨਾ ਕੋਈ ਪਈ, ਨਾ ਪਈ ਹੁੰਦੀ ਤਾਂ ਚਾਰ ਨਾਲ ਖਾ ਲੈਂਦੇ ਸੀ। ਸਾਡੇ ਤਾਂ ਸਬਜ਼ੀ ਵਾਲਾ ਤਾਂ ਜਿਹੜਾ ਸੀਗਾ ਉਹ ਐਡਾ ਕੋਈ ਭਾਵਕ ਨਹੀਂ ਸੀ ਹੁੰਦੇ, ਕਿਉਂਕਿ ਰੋਟੀ ਦੀ ਸਵਾਦ ਇੰਨੀ ਹੁੰਦੀ ਸੀ ਉਹ ਵੀ ਤੁਸੀਂ ਚਾਰ ਫਾੜੀ ਰੱਖ ਕੇ ਪਿਆਜ਼ ਨਾਲ ਖਾ ਲਓ ਤਾਂ ਵੀ ਬੰਦੇ ਦੀ ਭੁੱਖ ਮਿਟ ਜਾਂਦੀ ਸੀ। ਸੋ ਉਹ ਇਸ ਕਰਕੇ ਜਿਹੜਾ ਕਣਕ ਦੇ ਅੰਦਰ ਇਹ ਤਬਦੀਲੀ ਆਈ ਨਾ ਹਾਈਬ੍ਰਿਡਾਈਜੇਸ਼ਨ ਦੀ, ਤਾਂ ਉਹਨੇ ਕਿਤੇ ਨਾ ਕਿਤੇ ਕਣਕ ਦੇ ਪ੍ਰੋਟੀਨ 'ਚ ਤਬਦੀਲੀ ਕਰਤੀ। ਉਹ ਪ੍ਰੋਟੀਨ ਹੁਣ ਹਜਮ ਨਹੀਂ ਹੁੰਦਾ। ਇੱਕ 'ਚ ਲੇਸ ਬਹੁਤ ਜ਼ਿਆਦਾ ਆ ਗਈ ਹੈ ਕਣਕ ਦੇ ਅੰਦਰ, ਲੇਸਲਾਪਨ ਇੰਨਾ ਜ਼ਿਆਦਾ ਹੈ ਕਿ ਜਾ ਕੇ ਚਿਪਕ ਜਾਂਦੀ ਹੈ ਅੰਤੜੀਆਂ ਨੂੰ। ਇਹ ਜਦੋਂ ਦੇਖੋ ਜਿਹੜੀ ਅੰਤੜੀਆਂ ਬਹੁਤ ਲੰਬੀਆਂ ਨੇ, ਮਤਲਬ 10 ਮੀਟਰ ਘੱਟੋ ਘੱਟ ਅੰਤੜੀ ਹੈ, 10-12 ਮੀਟਰ। ਹਾਂ, ਤੋ ਜਿਹੜੀ ਇੰਨੀ ਲੰਬੀ ਜਿਹੜੀ ਅੰਤੜੀ ਹੈ, ਉਹਦੇ 'ਚੋਂ ਖਾਣੇ ਨੇ ਲੰਘ ਕੇ ਜਾਣਾ। ਜੇ ਚਿਪਕਾਹਟ ਵਾਲਾ ਖਾਣਾ ਹੋਊਗਾ ਤਾਂ ਚਿਪਕੀ ਜਾਏਗਾ ਨਾਲ। ਹੁਣ ਚਿਪਕੇਗਾ ਤਾਂ ਕੀ ਨੁਕਸਾਨ ਹੋਏਗਾ? ਪਹਿਲੀ ਗੱਲ ਤਾਂ ਉਸੇ ਥਾਂ ਤੋਂ ਖੂਨ ਦੇ ਵਿੱਚ ਖਾਣੇ ਨੇ ਜਾਣਾ। ਇੱਕ ਪਾਸੇ ਖੂਨ ਹੈ, ਇੱਕ ਪਾਸੇ ਖਾਣਾ ਹੈ। ਕੁਦਰਤ ਨੇ ਤਾਂ ਉਹਨੂੰ ਉਹ ਜਿਹੜੀ ਅੰਦਰਲੇ ਜਿਹੜੀ ਅੰਦਰਲੀ ਲਾਈਨਿੰਗ ਆ ਉਹਦੀ ਅੰਤੜੀਆਂ ਦੀ, ਉਹਨੂੰ ਇੱਦਾਂ ਬਣਾਇਆ ਜਿਵੇਂ ਪਰਦੇ ਦੇ ਵੱਟ ਹੁੰਦੇ ਐਂ ਕਰਕੇ,
ਪਰਦੇ ਦੇ ਵੱਟ ਨਹੀਂ ਆਪਾਂ ਪਾ ਦਿੰਦੇ, ਸੋਹਣਾ ਵੀ ਲੱਗਦਾ ਅਤੇ ਖੁੱਲ੍ਹ ਜਾਂਦਾ। ਉੱਦਾਂ ਹੀ ਕੁਦਰਤ ਨੇ ਅੰਤੜੀਆਂ ਦੀ ਅੰਦਰਲੀ ਝਿੱਲੀ ਨੂੰ ਵੱਟ ਪਾ ਰੱਖੇ ਇੱਦਾਂ ਇੱਦਾਂ ਕਰਕੇ। ਕਿਉਂ ਪਾਏ ਆ? ਤਾਂ ਕਿ ਖੂਨ ਦਾ ਅਤੇ ਖਾਣੇ ਦਾ ਜਿਹੜਾ ਸਰਫੇਸ ਏਰੀਆ ਉਹ ਵੱਧ ਜਾਵੇ। ਅਤੇ ਜੇ ਤੁਸੀਂ ਅੰਤੜੀ ਦੀਆਂ ਉਹ ਸਾਰੀਆਂ ਖੋਲ੍ਹ ਦਿਓ ਨਾ ਪਰਤਾਂ, ਤਾਂ ਅੰਤੜੀ ਫੁੱਟ ਚੌੜੀ ਹੋ ਜਾਵੇ। ਹਾਂ, ਅਤੇ ਇੱਕ ਪਾਸੇ ਖੂਨ ਹੁੰਦਾ, ਇੱਕ ਪਾਸੇ ਖਾਣਾ ਹੁੰਦਾ। ਤਾਂ ਉਹ ਜਿਹੜਾ ਕਿਤੇ ਨਾ ਕਿਤੇ ਜਦੋਂ ਖਾਣਾ ਉਹ ਜਿਹੜੇ ਹੁਣ ਫੋਲਡ ਬਣ ਗਏ, ਉਹਦੇ ਵਿਚਾਲੇ ਜਾ ਕੇ ਇੱਥੇ ਫਸ ਜਾਏਗੀ ਉਹ ਲੇਸ ਜਿਹੜੀ ਹੈ। ਫਸ ਕੇ ਕਰੇਗੀ, ਸੜੇਗੀ। ਕੋਈ ਵੀ ਅਗਰ ਚੀਜ਼ ਰੁਕ ਜਾਏਗੀ ਕਿਤੇ ਤਾਂ ਸੜੇਗੀ ਨਾ। ਸੜ ਕੇ ਕੀ ਕਰੇਗੀ? ਗੰਦੀਆਂ ਗੈਸਾਂ ਪੈਦਾ ਕਰੇਗੀ। ਠੀਕ ਹੈ, ਫਿਰ ਬੰਦਾ ਕਹੇਗਾ ਮੇਰੀ ਗੈਸ ਬਣਦੀ ਹੈ, ਮੈਨੂੰ ਗੰਦੇ ਜਿਹੜੇ ਨੇ ਉਹ ਗੈਸ ਜਦ ਪਾਸ ਹੁੰਦੀ ਹੈ, ਫਿਰ ਉਹ ਗੰਦੀ ਗੈਸਾਂ ਜ਼ਹਿਰੀਲੀਆਂ ਬਹੁਤ ਹੁੰਦੀਆਂ ਨੇ। ਫਿਰ ਉੱਥੇ ਜਿਹੜੇ ਸਾਡੇ ਦੋਸਤ ਬੈਠੇ ਆ, ਸਭ ਤੋਂ ਵੱਡੀ ਗੱਲ ਜਿਹੜੀ ਹੈ ਜਿਹਨੂੰ ਅਸੀਂ ਭੁੱਲ ਜਾਂਦੇ ਹਾਂ ਕਿ ਅੰਤੜੀਆਂ ਦੇ ਨਾਲ ਨਾ ਸਾਡੇ ਦੋਸਤ ਬੈਠੇ ਆ। ਉਹ ਕਾਹਦੇ ਵਾਸਤੇ ਬਿਠਾਏ ਕੁਦਰਤ ਨੇ? ਉਹ ਸਾਡੇ ਖਾਣੇ ਨੂੰ ਹਜਮ ਕਰਕੇ ਅੱਗੇ ਤੱਕ ਪਹੁੰਚਾਉਣ ਵਾਸਤੇ ਸਾਡੀ ਮਦਦ ਕਰ ਰਹੇ। ਉਹ ਸਾਡੇ ਥਾਂ 'ਤੇ 10 ਕਰੋੜ ਬਿਠਾਏ ਉਹਨਾਂ ਨੇ। 10 ਕਰੋੜ ਸਾਡੇ ਦੋਸਤ ਬਿਠਾਏ ਆ। ਸਾਡੀਆਂ ਉਹ 'ਚੋਂ ਜ਼ਿਆਦਾ 80% ਅੰਤੜੀਆਂ 'ਚ ਹੀ ਨੇ, ਬਾਕੀ ਚਮੜੀ ਤਾਂ ਸਾਰੇ 20% ਹੀ ਨੇ। ਸੋ 10 ਕਰੋੜ ਦੀਆਂ 80% ਜਿਹੜਾ ਇਕੱਲੀਆਂ ਅੰਤੜੀਆਂ 'ਚ ਨੇ। ਉਹ ਅੰਤੜੀਆਂ 'ਚ ਕਾਹਦੇ ਵਾਸਤੇ ਬੈਠੇ ਆ ਕਿ ਜਦੋਂ ਹੀ ਖਾਣਾ ਜਾਂਦਾ ਤਾਂ ਉਹ ਟੋਹਦੇ ਆ ਵੀ ਇਹ 'ਚ ਕੀ ਘਾਟ ਹੈ, ਕੀ ਫਾਲਤੂ ਚੀਜ਼ ਕਿਹੜੀ ਕੱਢਣ ਵਾਲੀ ਹੈ, ਪਾਉਣ ਵਾਲੀ ਕਿਹੜੀ ਚੀਜ਼ ਹੈ। ਉਹ ਪੂਰੀ ਕੁਦਰਤ ਨੇ ਉਹਨੂੰ ਅਕਲ ਦਿੱਤੀ ਹੈ। ਕੁਦਰਤ ਉਹਨੂੰ ਵੈਸੇ ਹੀ ਦਿੰਦੀ ਰਹਿੰਦੀ ਹੈ ਵੀ ਤੁਸੀਂ ਆਹ ਕੰਮ ਕਰੋ, ਤਾਂ ਉਹ ਸਾਰਾ ਕੰਮ ਕਰਦੇ ਆ। ਉਹ ਖਾਣੇ ਨੂੰ ਮੋਡੀਫਾਈ ਵੀ ਕਰਦੇ ਆ, ਖਾਣੇ ਨੂੰ ਹਜਮ ਵੀ ਕਰਦੇ ਆ, ਖਾਣਾ ਸਾਰਾ। ਜਦੋਂ ਚਿਪਕਾਹਟ ਹੋ ਗਈ ਉੱਥੇ, ਉਹ ਕੀ ਕਰਨਗੇ? ਉੱਥੇ ਤਾਂ ਗੈਸਾਂ ਗੰਦੀਆਂ ਬਣ ਰਹੀਆਂ ਨੇ। ਉਹ ਤਾਂ ਵਿਚਾਰੇ ਉਹਨੂੰ ਭੱਜਣਾ ਪੈ ਜਾਣਗੇ, ਕਿੱਥੇ ਜਾਣ ਉਹ। ਤਾਂ ਉਹ ਸਾਰਾ ਦਾ ਸਾਰੀ ਦੀ ਸਾਰੀ ਜਿਹੜੀ ਜਿਹਨੂੰ ਕਹਿੰਦੇ ਆਪਾਂ ਫੰਕਸ਼ਨਿੰਗ ਹੈ ਸਰੀਰ ਦੀ, ਡਿਸਟਰਬ ਹੋ ਜਾਂਦੀ ਉਹਦੇ ਨਾਲ। ਕਿ ਉਹ ਇੱਦਾਂ ਦੱਸੋ, ਕਣਕ ਵਰਗਾ ਜਿਹੜਾ ਖਾਣਾ ਹੈ ਅੱਜ ਤਾਂ ਹੀ ਸਾਨੂੰ ਕਹਿਣਾ ਪੈ ਰਿਹਾ ਕਿ ਕਣਕ ਜਿਹੜੀ ਹੈ ਬਿਮਾਰ ਕਰਦੀ ਹੈ। ਸਾਡੀ ਬੜੀ ਬਦਕਿਸਮਤੀ ਹੈ, ਬੜੇ ਦਰਦ ਨਾਲ ਕਹਿੰਦੇ ਹਾਂ ਅਸੀਂ, ਬੜੀ ਸਾਨੂੰ ਤਕਲੀਫ ਹੁੰਦੀ ਹੈ ਜਦੋਂ ਸਾਨੂੰ ਕਣਕ ਮਨਾ ਕਰਨੀ ਪੈਂਦੀ ਹੈ। ਕਿਉਂਕਿ ਸਾਨੂੰ ਪਤਾ ਹੈ ਕਿ ਕਿਸਾਨ ਕਿਵੇਂ ਮਿਹਨਤ ਕਰਕੇ ਕਣਕ ਉਗਾਉਂਦਾ। ਅਸੀਂ ਕਹੀ ਜਾਂਦੇ ਹਾਂ ਕਿ ਕਣਕ ਬੰਦ ਕਰ ਦਿਓ। ਬੜੀ ਪੇਨਫੁਲ ਗੱਲ ਹੈ। ਤੁਸੀਂ ਇਮੈਜਿਨ ਕਰੋ ਵੀ ਇੱਕ ਜਿਹੜਾ ਬੰਦਾ ਕਿਸਾਨਾਂ ਦਾ ਤੈਸ਼ੀ ਹੋਵੇ, ਖੇਤੀ ਦਾ ਤੈਸ਼ੀ ਹੋਵੇ, ਖੇਤੀਬਾੜੀ 'ਚ ਨਾਲ ਦਿਲਚਸਪੀ ਰੱਖਦਾ ਹੋਵੇ, ਉਹਨੂੰ ਇਹ ਕਹਿਣਾ ਕਿੰਨਾ ਔਖਾ ਕਿ ਜਿਹੜੀ ਕਣਕ ਤੁਸੀਂ ਉਗਾ ਰਹੇ ਹੋ ਉਹ ਤੁਹਾਨੂੰ ਬਿਮਾਰ ਕਰ ਰਹੀ ਹੈ, ਨਾ ਖਾਓ। ਹੁਣ ਸਾਨੂੰ ਬਾਹਰੋਂ ਮੰਗਾ ਕੇ ਮਿਲਟ ਖਵਾ ਰਹੇ ਹਾਂ ਲੋਕਾਂ ਨੂੰ। ਔਰ ਹੁਣ ਤਾਂ ਕਣਕ ਵੀ ਜਿਹੜੀ ਹੈ ਜੇ ਕੋਈ ਖਾਂਦਾ ਵੀ ਤਾਂ ਉਹਨੂੰ ਉਹ ਮੱਧ ਪ੍ਰਦੇਸ਼ ਦੀ ਲਿਆ ਕੇ ਖਾਂਦਾ, ਕਿਉਂਕਿ ਉਹਦੇ ਅੰਦਰ ਵੀ ਉਹ ਜਿਹੜੀਆਂ ਪੁਰਾਣੀਆਂ ਦੇਸੀ ਵਰਾਇਟੀਜ਼ ਹੈ ਨਹੀਂ ਗੀਆਂ। ਤਾਂ ਉਹ ਹੁਣ ਕਿਤੇ ਨਾ ਕਿਤੇ ਇਹ ਵਰਤਾਰਾ ਸਾਰਾ ਜਿਹੜਾ ਇਹ ਦਾ ਆਧਾਰ ਬਣ ਗਿਆ। ਸੋ ਜਿਹੜੀ ਵੀਟ ਐਲਰਜੀ ਵਾਲੀ ਗੱਲ ਹੈ ਵੀ ਜੇ ਆਪਾਂ ਕਰ ਰਹੇ ਸੀ, ਉਹ ਇੱਥੋਂ ਪੈਦਾ ਹੁੰਦੀ ਹੈ ਕਿ ਜਿਹੜੀ ਵੀਟ ਇੱਦਾਂ ਦੀ ਆ ਗਈ, ਉਹਦੇ ਅੰਦਰ ਪ੍ਰੋਟੀਨਸ ਇੱਦਾਂ ਦੇ ਆ ਕਿ ਜਲਦੀ ਹਜਮ ਨਹੀਂ ਹੁੰਦੇ। ਉਹ ਜਦੋਂ ਹਜਮ ਨਹੀਂ ਹੁੰਦੇ ਤਾਂ ਫਿਰ ਉਹ ਅਨਡਾਈਜੈਸਟਡ ਪ੍ਰੋਟੀਨ ਜਿਹੜੇ ਕਿ ਗੁੱਛਿਆਂ ਦੀ ਸ਼ਕਲ 'ਚ ਨੇ, ਉਹ ਅਮਾਈਨੋ ਐਸਿਡ ਬਣਨ ਤੋਂ ਪਹਿਲਾਂ ਖੂਨ 'ਚ ਪਹੁੰਚ ਜਾਂਦੇ ਆ। ਜਦੋਂ ਖੂਨ 'ਚ ਪਹੁੰਚ ਜਾਣਗੇ ਤਾਂ ਫਿਰ ਉਹ ਐਲਰਜੀ ਹੋ ਜਾਏਗੀ। ਸੋ ਉਹ ਜਿਹੜੀ ਐਲਰਜੀ ਹੈ ਉਹ ਤਾਂ ਫਿਰ ਉਹ ਠੀਕ ਨਹੀਂ ਹੁੰਦੀ, ਕਿਉਂਕਿ ਤੁਸੀਂ ਕਣਕ ਖਾਈ ਜਾ ਰਹੇ ਹੋ, ਉਹ ਗੁੱਛੀ ਆਈ ਜਾ ਰਹੇ ਆ, ਐਲਰਜੀ ਹੋਰ ਹੋਈ ਜਾ ਰਹੀ ਹੈ। ਰੋਜ਼ ਤੁਸੀਂ ਖਾਂਦੇ ਹੋ, ਰੋਜ਼ ਐਲਰਜੀ ਫਿਰ ਤੋਂ ਐਂਟੀਬਾਡੀਜ਼ ਬਣ ਜਾਂਦੀਆਂ ਨੇ, ਫਿਰ ਤੋਂ ਐਲਰਜੀ ਹੋ ਜਾਂਦੀ ਹੈ। ਬਹੁਤ ਸਾਰੇ ਬੰਦਿਆਂ ਦੀ ਗਰੋਥ ਰੁਕ ਜਾਂਦੀ, ਬੱਚਿਆਂ ਦੀ ਵੱਧਦੇ ਫੁੱਲਦੇ ਨਹੀਂ ਹੈ, ਖੂਨ ਬਣਨਾ ਬੰਦ ਹੋ ਜਾਂਦਾ, ਖੂਨ ਨਹੀਂ ਬਣਦਾ, ਉਹਦੀ ਥਕਾਵਟ ਬਹੁਤ ਜ਼ਿਆਦਾ ਹੁੰਦੀ ਹੈ, ਥੱਕੇ ਰਹਿੰਦੇ ਸਾਰਾ ਦਿਨ ਉਹ। ਜਾਂ ਫਿਰ ਉਸ ਤੋਂ ਅੱਗੇ ਪੇਟ ਦੁਖਣ ਲੱਗ ਜਾਂਦਾ, ਲੈਟਰਿਨ ਬਾਰ ਜਾਂਦੇ ਹੈ। ਸੋ ਜਿਹਨੂੰ ਕਹਿੰਦੇ ਆ ਇੱਕ ਪਰਮਾਨੈਂਟਲੀ ਉਹਨਾਂ ਦੀ ਗਲ ਬਿਮਾਰੀ ਪੈ ਜਾਂਦੀ ਹੈ। ਤਾਂ ਇਸ ਕਰਕੇ ਜਿਹੜੀ ਉਹ ਸਮਝ ਆਉਂਦੀ ਨਹੀਂ ਹੈ ਬਹੁਤ। ਅਸੀਂ ਬੰਦਾ ਸੋਚਦਾ ਵੀ ਨਹੀਂ ਵੀ ਮੈਨੂੰ ਵੀਟ ਐਲਰਜੀ ਹੋਊਗੀ, ਬੰਦਾ ਸੋਚਦਾ ਮੈਂ ਬਿਮਾਰ ਹਾਂ। ਤਾਂ ਇਸ ਕਰਕੇ ਅਸੀਂ ਸਭ ਤੋਂ ਪਹਿਲਾਂ ਜਿਹੜਾ ਕੰਮ ਇਹੀ ਕਰਦੇ ਹਾਂ, ਅਸੀਂ ਕਹਿੰਦੇ ਜੇ ਕੋਈ ਬਿਮਾਰ ਹੈ ਤਾਂ ਪਹਿਲਾਂ ਕੰਮ ਇਹ ਕਰੋ ਵੀ ਕਣਕ ਬੰਦ ਕਰੋ। ਤਾਂ ਇਹ ਜਿਹੜੀ ਕਣਕ ਬੰਦ ਅਸੀਂ ਕਰਾ ਦਿੰਦੇ ਹਾਂ, ਇਸੇ ਕਰਕੇ ਕਰਾਉਂਦੇ ਹਾਂ ਕਿ ਕਣਕ ਜਿਹੜੀ ਆ ਬਿਮਾਰ ਕਰ ਰਹੀ ਹੈ। ਔਰ ਅਸੀਂ ਕਿਸਾਨਾਂ ਤੱਕ ਵੀ ਪਹੁੰਚ ਕਰ ਰਹੇ ਹਾਂ ਕਿ ਕਣਕ ਜਾਂ ਤਾਂ ਇਹ ਬੀਜੀਏ ਨੇ ਆਪਾਂ, ਜਾਂ ਫਿਰ ਬੀਜਣੀ ਤਾਂ ਦੇਸੀ ਬੀਜੀਏ, ਜਿਹੜੀਆਂ ਪੁਰਾਣੀਆਂ ਵੈਰਾਇਟੀ ਸੀਗੀਆਂ, ਔਰਗੈਨਿਕ ਬੀਜੀਏ, ਜ਼ਹਿਰ ਮੁਕਤ ਬੀਜੀਏ, ਜਾਂ ਫਿਰ ਕਣਕ ਦੀ ਬਜਾਏ ਹੋਰ ਫਸਲਾਂ ਬੀਜੀਏ ਆਪਾਂ, ਜਿਹੜੇ ਹੋਰ ਅਨਾਜ ਨੇ। ਸੋ ਕਣਕ ਤੋਂ ਇਲਾਵਾ ਜਿਹੜੇ ਬਾਕੀ ਅਨਾਜ ਨੇ ਉਹਨੇ ਮਾੜੇ ਨਹੀਂ। ਕਣਕ ਅਤੇ ਜਿਹੜੇ ਚਿੱਟੇ ਚੌਲ ਨੇ, ਚਿੱਟੇ ਚੌਲਾਂ ਦੀ ਦੂਜੀ ਦਿੱਕਤ ਹੈ ਉਹ ਖਰੇ ਦਿੱਕਤਾਂ ਨਹੀਂ ਹੈ ਉਹਦੇ ਨਾਲ ਐਲਰਜੀ ਵਾਲੀਆਂ। ਉਹਦੀ ਦਿੱਕਤ ਇਹ ਵੀ ਉਹਦੇ 'ਚ ਬਚਦਾ ਹੀ ਕੁਛ ਨਹੀਂ ਹੈ। ਜਦੋਂ ਪਹਿਲਾਂ ਉੱਪਰੋਂ ਆਪਾਂ ਉਹ ਲਾ ਦਿੰਦੇ ਹਾਂ, ਛਿੱਲ ਲਾ ਦਿੰਦੇ ਹਾਂ, ਫਿਰ ਪਤਲਾ ਛਿਲਕਾ ਲਾ ਦਿੰਦੇ ਹਾਂ, ਫਿਰ ਪੋਲਿਸ਼ ਕਰ ਦਿੰਦੇ ਹਾਂ। ਉਹਦੇ ਥੱਲੇ ਬਚਦੀ ਸਟਾਰਚ ਹੈ, ਅਤੇ ਸਟਾਰਚ ਜਿਹੜੀ ਹੈ ਵੈਸੇ ਬਹੁਤ ਬਿਮਾਰ ਕਰਦੀ ਹੈ, ਕਿਉਂਕਿ ਉਹ ਸਟਾਰਚ ਲਿਮਟ ਤੋਂ ਵੱਧ ਉਹ ਇੱਕਦਮ ਜਾਣ ਸਾਰੀ ਸ਼ੂਗਰ ਬਣ ਜਾਂਦੀ ਹੈ। ਉਹ ਜਾਣ ਸਾਰੇ ਸ਼ੂਗਰ ਬਣਦੀ ਹੈ, ਸ਼ੂਗਰ ਦਾ ਹੜ ਲਿਆ ਦਿੰਦੀ ਹੈ, ਉਹ ਵੀ ਸਾਨੂੰ ਬਿਮਾਰ ਕਰਦੀ ਹੈ। ਸੋ ਦੋ ਸਾਡੀਆਂ ਫਸਲਾਂ ਨੇ, ਜੀਰੀ ਅਤੇ ਕਣਕ, ਦੋਨੋਂ ਬਿਮਾਰ ਕਰ ਰਹੀਆਂ ਨੇ। ਸੋ ਇਹ ਬੜੇ ਦਰਦਨਾਕ ਸਥਿਤੀ 'ਚ ਅਸੀਂ ਫਸ ਗਏ ਹਾਂ, ਅਤੇ ਹੁਣ ਇਹ 'ਚੋਂ ਨਿਕਲਣ ਲਈ ਸਾਨੂੰ ਖੇਤੀ ਦਾ ਮਾਡਲ ਹੀ ਬਦਲਣਾ ਪੈਣਾ। ਅਸਲ 'ਚ ਜੜ ਕਿਤੇ ਉੱਥੇ ਆਗਦਾ। ਡਾਕਟਰ ਸਾਹਿਬ, ਜਦੋਂ ਤੁਸੀਂ ਇੱਕ ਥੋੜ੍ਹੇ ਸਿੰਪਟਮ ਦੱਸੇ ਨੇ
ਕਿ ਜਦੋਂ ਬੰਦੇ ਨੂੰ ਵੀਟ ਐਲਰਜੀ ਹੁੰਦੀ ਹੈ ਤਾਂ ਉਦੋਂ ਆ ਕੁਛ ਹੁੰਦਾ। ਇਹਦੇ 'ਚ ਸਭ ਤੋਂ ਵੱਧ ਜਿਹੜੀ ਚੀਜ਼ ਹੈ ਬੋਡੀ ਜਦੋਂ ਵੀਟ ਐਲਰਜੀ ਹੁੰਦੀ ਹੈ, ਇਹਨਾਂ ਸਾਰੀਆਂ ਚੀਜ਼ਾਂ 'ਚੋਂ ਸਭ ਤੋਂ ਵੱਧ ਜਿਹੜੀ ਚੀਜ਼ ਆ ਉਹ ਕਿਹੜੀ ਚੀਜ਼ ਬੰਦੇ ਨੂੰ ਤੰਗ ਕਰਦੀ ਹੈ, ਜਿਹਦੇ ਨਾਲ ਬੰਦਾ ਬਹੁਤ ਬੁਰੀ ਤਰ੍ਹਾਂ ਤੰਗ ਹੋਣ ਤੋਂ ਬਾਅਦ ਤੁਹਾਡੇ ਕੋਲ ਪਹੁੰਚ ਜਾਂਦਾ ਹੈ? ਅੱਡ ਸਿੰਪਟਮ ਨੇ। ਬਹੁਤ ਸਾਰੇ ਬੱਚੇ ਮੈਂ ਦੇਖੇ ਆਉਂਦੇ ਆ ਕਿ ਖੂਨ ਹੀ ਨਹੀਂ ਬਣ ਰਿਹਾ, ਮਤਲਬ 7 ਗ੍ਰਾਮ 8 ਗ੍ਰਾਮ 6 ਗ੍ਰਾਮ 7 ਗ੍ਰਾਮ 8 ਗ੍ਰਾਮ ਇੱਥੇ ਫਿਰੀ ਜਾਂਦਾ ਸੀ ਹਾਂ ਖੂਨ ਨਹੀਂ ਬਣ ਰਿਹਾ। ਨਾ ਐਲਰਜੀ ਵਿੱਚੋਂ ਨਹੀਂ, ਵਿੱਚੋਂ ਕਾਰਨ ਇਹ ਨਿਕਲਦਾ ਵੀ ਐਲਰਜੀ ਆ। ਐਲਰਜੀ ਅੰਦਰ ਕੀ ਕਰਦੀ ਹੈ ਫਿਰ? ਐਲਰਜੀ ਦੇ ਵਿੱਚ ਜਿਹੜੇ ਪ੍ਰੋਟੀਨ ਸਾਨੂੰ ਚਾਹੀਦੇ ਆ, ਖੂਨ ਬਣਾਉਣ ਲਈ ਪ੍ਰੋਟੀਨ ਚਾਹੀਦੇ ਨਾ, ਜਾਂ ਤਾਂ ਉਹਨਾਂ ਪ੍ਰੋਟੀਨਾਂ ਨੂੰ ਜਾ ਕੇ ਲੱਗਣ ਨਹੀਂ ਦਿੰਦੀ, ਜਾਂ ਕੋਈ ਪ੍ਰਕਿਰਿਆ ਜਾਂ ਡਿਸਟਰਬ ਕਰਦੀ ਹੈ। ਐਗਜ਼ੈਕਟ ਮੈਕੈਨਿਜ਼ਮ ਤਾਂ ਸ਼ਾਇਦ ਮੈਨੂੰ ਲੱਗਦਾ ਨਹੀਂ ਪਤਾ ਸਾਇੰਸ 'ਚ, ਲੇਕਿਨ ਇਹ ਆਬਜ਼ਰਵੇਸ਼ਨ ਹੈ ਕਿ ਖੂਨ ਨਹੀਂ ਬਣਦਾ, ਗਰੋ ਨਹੀਂ ਕਰਦਾ ਬੱਚਾ, ਉੱਥੇ ਜੇ ਖੜ੍ਹ ਜਾਂਦਾ, ਉਹਦੀ ਸਿਹਤ ਨਹੀਂ ਬਣਦੀ, ਭਾਰ ਘੱਟ ਹੈ, ਜਾਂ ਉਲਟ ਵੀ ਹੋ ਰਿਹਾ ਬਹੁਤ ਲੋਕਾਂ ਨੂੰ, ਮੋਟਾਪਾ ਹੋਣ ਲੱਗ ਜਾਂਦਾ, ਬੈਲੀ ਖਾਸ ਕਰਕੇ ਪੇਟ, ਢਿੱਡ ਗੁੱਗਣਾ ਦਾ ਸਭ ਤੋਂ ਵੱਡਾ ਕਾਰਨ ਹੀ ਕਣਕ ਹੈ। ਮਤਲਬ ਜਿਹੜੀ ਪੋਟ ਬੈਲੀ ਹੈ, ਪੋਟ ਬੈਲੀ ਕਹਿੰਦੇ ਆਪਾਂ ਉਹਨੂੰ, ਕਿ ਘੜੇ ਵਰਗਾ ਪੇਟ, ਅਸਲ 'ਚ ਉਹਨੂੰ ਵੀਟ ਬੈਲੀ ਕਹਿਣਾ ਚਾਹੀਦਾ। ਹਾਂ, ਤਾਂ ਉਹ ਵੀਟ ਬੈਲੀ ਹੈ ਕਿ ਕਣਕ ਕਰਕੇ ਜਿਹੜੀ ਔਰ ਅੱਜ ਦਾ ਨਹੀਂ ਹੈ, ਮੈਨੂੰ ਤਾਂ ਯਾਦ ਹੈ ਬਚਪਨ ਦਾ ਵੀ, ਕਹਿੰਦੇ ਹੁੰਦੇ ਸੀਗੇ ਬਜ਼ੁਰਗ ਵੀ ਜਿਹਨੇ ਗੁੱਗੜ ਵਧਾਉਣੀ ਹੈ ਉਹ ਇਕੱਲੀ ਕਣਕ ਖਾਓ, ਇਕੱਲੀ ਕਣਕ ਖਾਣ ਤੋਂ ਮਨਾ ਕਰਦੇ ਹੁੰਦੇ ਸੀਗੇ ਬਜ਼ੁਰਗ, ਇਕੱਲੀ ਕਣਕ ਨਾ ਖਾਇਆ ਕਰੋ ਨਹੀਂ ਤੋਂਦਾਂ ਵੱਧ ਜਾਣਗੀਆਂ। ਤਾਂ ਉਹ ਕਹਿੰਦੇ ਹੁੰਦੇ ਸੀ ਬੇੜਾ ਖਾਓ, ਬੇੜਾ ਕਹਿੰਦੇ ਸੀ ਉਹਨੂੰ, ਜੌਂ ਅਤੇ ਛੋਲੇ ਮਿਕਸ ਕਰਕੇ ਬੀਜਦੇ ਸੀਗੇ। ਹਾਂ, ਜੌਂ ਛੋਲੇ ਜ਼ਿਆਦਾ ਪਾਪੂਲਰ ਸੀਗੇ, ਜੌਂ ਅਤੇ ਛੋਲੇ ਵਿੱਚੇ ਮਿਕਸ ਬੀਜ ਦਿੰਦੇ ਹੁੰਦੇ ਸੀਗੇ, ਵਿੱਚੇ ਕੱਟ ਲੈਂਦੇ ਸੀ ਅਤੇ ਉੱਦਾਂ ਹੀ ਪਿਆ ਲੈਂਦੇ ਸੀ, ਉਹਨੂੰ ਬੇੜਾ ਕਹਿੰਦੇ ਸੀ। ਘਰ ਵਾਸਤੇ ਬੇੜਾ ਹੀ ਰੱਖਦੇ ਹੁੰਦੇ ਸੀਗੇ, ਅਤੇ ਬੇੜਾ ਸਾਂਭ ਕੇ ਰੱਖ ਲੈਂਦੇ ਸੀ, ਉਹਨੂੰ ਪਿਆ ਕੇ ਖਾਈ ਜਾਂਦੇ ਹੁੰਦੇ ਸੀਗੇ ਰੋਟੀ ਬਣਾ ਕੇ। ਬੜੀ ਸਵਾਦ ਰੋਟੀ ਬਣਦੀ ਸੀ ਔਰ ਕੋਈ ਉਹਦਾ ਸਾਈਡ ਇਫੈਕਟ ਵੀ ਨਹੀਂ ਸੀ ਆਉਂਦਾ। ਪੇਟ ਕਿਉਂ ਦਰਦ ਕਰਨ ਲੱਗ? ਪੇਟ ਫਿਰ ਉਹੀ ਨਾ ਵੀ ਜਿਹੜਾ ਪ੍ਰੋਟੀਨ ਨਹੀਂ ਹਜਮ ਹੋਏਗਾ, ਕੁਦਰਤ ਉਹਨੂੰ ਰਿਜੈਕਟ ਕਰਦੀ ਹੈ ਨਾ ਕਿਸੇ ਤਰੀਕੇ। ਮੰਨ ਲਓ ਕੋਈ ਪ੍ਰੋਟੀਨ ਆ ਗਿਆ, ਹੁਣ ਮੈਨੂੰ ਅੰਡੇ ਤੋਂ ਐਲਰਜੀ ਆ, ਜੇ ਮੈਂ ਅੰਡਾ ਖਾਵਾਂ ਤਾਂ ਨਾਲ ਦੀ ਨਾਲ ਮੇਰਾ ਪੇਟ ਦੁਖਣ ਲੱਗ ਜਾਏਗਾ, ਉਸ ਤੋਂ ਬਾਅਦ ਉਲਟੀ ਆਏਗੀ ਨਾ, ਪਹਿਲਾਂ ਪੇਟ ਦੁਖੇਗਾ, ਡਿੱਕ ਜਿਹਾ ਹੋ ਜਾਏਗਾ, ਐਂ ਪੰਤੜੀਆਂ ਐਂ ਕੱਸੀਆਂ ਜਾਣਗੀਆਂ ਜਿਵੇਂ ਰੱਸੇ ਨਾਲ ਬੰਨ੍ਹਤਾ ਹੁੰਦਾ, ਫਿਰ ਉਲਟੀ ਆ ਜਾਏਗੀ। ਫਿਰ ਉਸ ਤੋਂ ਵੀ ਅੱਗੇ ਜੇ ਜਿਹੜੇ ਹੋਰ ਪ੍ਰੋਟੀਨ ਲੰਘ ਗਏ ਕਿਤੇ ਅੰਦਰ ਮੇਰੇ, ਤਾਂ ਉਹ ਫਿਰ ਉਹਦੇ ਅੰਦਰ BP ਘਟਣ ਨਾਲ ਸ਼ੁਰੂ ਹੋ ਜਾਊਗਾ, ਅਤੇ ਮੈਨੂੰ ਮੌਤ ਤੱਕ ਦੀ ਸਮੱਸਿਆ ਆ ਜਾਂਦੀ ਕਈ ਵਾਰੀ ਗਲਤ ਖਾਣੇ ਨਾਲ। ਤਾਂ ਉਹ ਜਿਹੜੀ ਐਲਰਜੀ ਦੇ ਸਿੰਪਟਮ ਨੇ ਉਹ ਸਾਰੇ ਇੱਦਾਂ ਦੇ ਹੁੰਦੇ ਆ, ਜਿਹਦਾ ਮਤਲਬ ਕਿ ਬਾਡੀ ਹੁਣ ਉਸ ਪ੍ਰੋਟੀਨ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀ ਹੈ, ਜਾਂ ਤਾਂ ਸਰੀਰ 'ਚੋਂ ਉਲਟੀ ਲਿਆ ਕੇ, ਟੱਟੀਆਂ ਲਾ ਕੇ, ਪੇਟ ਖਰਾਬ ਕਰਕੇ, ਪੇਟ ਦਰਦ ਕਰਕੇ ਉਹਨੂੰ ਕੱਢਣ ਦੀ ਕੋਸ਼ਿਸ਼ ਕਰ ਰਹੀ ਹੈ। ਜਿਹੜਾ ਉਸ ਤੋਂ ਵੀ ਅੱਗੇ ਲੰਘ ਗਿਆ ਉਹਨੂੰ ਫਿਰ ਗੁਰਦਿਆਂ ਨੂੰ ਕਹੇਗੀ, ਲਿਵਰ ਨੂੰ ਕਹੇਗੀ ਵੀ ਇਹਨੂੰ ਕੱਢੋ ਬਾਹਰ, ਕਿਉਂਕਿ ਕੁਦਰਤ ਕਦੀ ਵੀ ਟੋਲਰੇਟ ਨਹੀਂ ਕਰਦੀ ਵੀ ਗਲਤ ਪ੍ਰੋਟੀਨ ਜਾ ਕੇ ਤੁਹਾਡੇ ਸਰੀਰ 'ਚ ਲੱਗੇ, ਕਿਉਂਕਿ ਉਹ ਖਤਰਨਾਕ ਵਰਤਾਰਾ ਅੱਗੇ ਪ੍ਰਜਾਤੀਆਂ ਦੀ ਸ਼ੁੱਧਤਾ ਦੇ ਉੱਪਰ ਅਟੈਕ ਆਓ, ਕਿਉਂਕਿ ਅੱਗੇ ਪ੍ਰਜਾਤੀ ਦੀ ਸ਼ਕਲ ਬਦਲ ਸਕਦੀ ਹੈ। ਤਾਂ ਉਹ ਇਸ ਕਰਕੇ ਜਿਹੜਾ ਹੈ ਇਹ ਵਰਤਾਰਾ ਰੋਕਣ ਲਈ ਕੁਦਰਤ ਉਹਨੂੰ ਕੋਈ ਨਹੀਂ, ਜਿਹਨੂੰ ਆਪਾਂ ਕਹਿ ਸਕਦੇ ਹਾਂ ਐਲਰਜੀ ਦੇ ਰਿਐਕਸ਼ਨ, ਐਲਰਜਿਕ ਰਿਐਕਸ਼ਨ। ਐਲਰਜਿਕ ਰਿਐਕਸ਼ਨ ਦੇ ਇਹ ਸਾਰੇ ਫੀਚਰ ਨੇ, ਪੇਟ ਦੁਖਣਾ, ਉਲਟੀਆਂ ਲੱਗ ਜਾਣਾ, ਟੱਟੀਆਂ ਲੱਗ ਜਾਣਾ, ਫਿਰ ਜਿਹੜਾ ਖੂਨ ਨਹੀਂ ਬਣਦਾ, ਸਰੀਰ ਵੱਧਦਾ ਫੁੱਲਦਾ ਨਹੀਂ ਹੈ, ਤੁਸੀਂ ਸੁਸਤੀ ਰਹਿਣਾ, ਅਤੇ ਥੱਕੇ ਰਹਿਣਾ, ਤੇਜ਼ਾਬ ਬਣਨਾ ਸ਼ਾਇਦ ਹੋਵੇ ਜਾਂ ਨਾ ਹੋਵੇ, ਪੱਕਾ ਨਹੀਂ ਕਹਿ ਸਕਦੇ ਆਪਾਂ, ਤੇਜ਼ਾਬ ਬਣਨ ਦੇ ਹੋਰ ਵੀ ਬਹੁਤ ਕਾਰਨ ਨੇ, ਲੇਕਿਨ ਇਹ ਸਾਰੀ ਕਿਤੇ ਨਾ ਕਿਤੇ ਐਲਰਜੀ ਦੀਆਂ ਜਿਹੜੇ ਨੇ ਉਹ ਅਲਾਮਤਾਂ ਨੇ। ਅਤੇ ਡਾਕਟਰ ਸਾਹਿਬ ਮੰਨ ਲਓ ਵੀ ਇੱਕ ਬੰਦੇ ਨੂੰ ਵੀਟ ਐਲਰਜੀ ਹੋ ਗਈ, ਅਤੇ ਉਸ ਤੋਂ ਬਾਅਦ ਉਹਨੇ ਜਿਹੜਾ ਕਣਕ ਅਤੇ ਜਿਹੜੀ ਵੀ ਅਨਾਜ ਨੂੰ ਤੁਸੀਂ ਮਨਾ ਕੀਤਾ ਉਹਨੇ ਖਾਣਾ ਵੀ ਬੰਦ ਕਰਤਾ, ਲੇਕਿਨ ਬਾਡੀ ਦੇ ਅੰਦਰ ਜਿਹੜੀ ਐਲਰਜੀ ਚਲੀ ਗਈ, ਜਿਹੜੇ ਪ੍ਰੋਟੀਨ ਚਲੇ ਗਏ, ਜਿਹੜੇ ਸਿਸਟਮ ਦੇ ਨਾਲ ਉਹ ਅੰਦਰ ਜਾ ਕੇ ਲੱਗ ਗਏ, ਅੰਦਰ ਜਾ ਕੇ ਜਿੱਥੇ ਖਰਾਬੀ ਪੈਦਾ ਕਰਨੀ ਸੀ ਕਰਤੀ, ਅਤੇ ਫਿਰ ਕੀ ਉਸ ਨੂੰ ਠੀਕ ਕੀਤਾ ਜਾ ਸਕਦਾ ਸਮੇਂ ਅਤੇ ਕਿੰਨਾ ਸਮਾਂ ਲੱਗ ਜਾਂਦਾ? ਉਹ ਕੁਦਰਤ ਕਰ ਲੈਂਦੀ ਡੀਲ ਨੂੰ, ਉਹ ਆਰਜੀ ਤੌਰ 'ਤੇ ਹੁੰਦਾ ਉਹ, ਲੇਕਿਨ ਲੰਬੇ ਸਮੇਂ 'ਚ ਆਪਾਂ ਨੂੰ ਉਹ ਪ੍ਰੋਟੀਨ ਨੂੰ ਮਾਈਨਸ ਕਰਨਾ ਪੈਂਦਾ, ਬੰਦ ਕਰਨੀ ਪੈਂਦੀ। ਉਹ ਜਿਸ ਚੀਜ਼ ਤੋਂ ਵੀ ਐਲਰਜੀ ਹੋਵੇ ਉਹ ਚੀਜ਼ ਇੱਕ ਵਾਰੀ ਬੰਦ ਕਰਨੀ ਪੈਂਦੀ ਹੈ, ਕਿਉਂਕਿ ਉਹ ਚੀਜ਼ ਦੀ ਜਿਹੜੀ ਮੈਮਰੀ ਇੰਨੀ ਸਟਰੋਂਗ ਹੁੰਦੀ ਹੈ ਕਿ ਸਰੀਰ 'ਚੋਂ ਜਾਂਦੀ ਨਹੀਂ ਹੈ। ਉਹ ਸਰੀਰ ਇਹੋ ਜਿਹੇ ਜਿਹੜੇ ਖਤਰਨਾਕ ਚੀਜ਼ਾਂ ਹੁੰਦੀਆਂ ਨੇ ਉਹਦੀ ਮੈਮਰੀ ਸਾਂਭ ਕੇ ਰੱਖਦਾ, ਕਿਉਂਕਿ ਸਰੀਰ 'ਚ ਇੱਕ ਮੈਕੈਨਿਜ਼ਮ ਹੈ, ਕੋਈ ਚੀਜ਼ ਜਿਹੜੀ ਤੁਹਾਨੂੰ ਡਿਸਟਰਬ ਕਰ ਰਹੀ ਹੈ ਉਹਦੀ ਮੈਮਰੀ ਬਹੁਤ ਪਾਵਰਫੁਲ ਹੁੰਦੀ ਹੈ। ਜਦੋਂ ਹੀ ਕੋਈ ਚੀਜ਼ ਦੁਬਾਰਾ ਜਾਏਗੀ ਤਾਂ ਸਰੀਰ ਨਾਲ ਦੀ ਨਾਲ ਅਲਰਟ ਹੋ ਜਾਂਦਾ ਵੀ ਇਹ ਖਤਰਨਾਕ ਚੀਜ਼ ਆ ਗਈ, ਖਤਰਨਾਕ ਚੀਜ਼ ਆ ਗਈ, ਤਾਂ ਫਿਰ ਸਰੀਰ ਸਾਰੇ ਸਿਸਟਮ ਨੂੰ ਆਰਡਰ ਕਰ ਦਿੰਦਾ, ਮੈਸੇਜ ਭੇਜ ਦਿੰਦਾ ਵੀ ਖਤਰਨਾਕ ਚੀਜ਼ ਆ ਰਹੀ ਹੈ ਅਤੇ ਆਪਾਂ ਆਪਣਾ ਮੋਰਚਾ ਸੰਭਾਲ ਲਓ।
तो शरीर का हर सैੱਲ जिहड़ा मोर्चा संभाल के बह जाता, मैनूं आउंदे नूं रिजैक्ट करना, अंदर नहीं आउण देना, क्योंकि नेचर जिहड़ी बहुत स्ट्रोंगली प्रो सर्वाइवल हुंदी है। नेचर तुहानूं मरण तो रोकण वास्ते बहुत स्ट्रोंग मैकेनिज्म है नेचर के अंदर। नेचर की ये कोई कोशिश होंदी है, ऑल आउट कोशिश होंदी है कि जिन्ने टाइम लिए तुहानूं बनाया गया वो तुसीं टाइम पूरा करके मरो। जे तुसीं कोई भी इहो जिहा कोई तुहानूं उम्र तो पहलां चीज़ चैलेंज करदी है, खतरा बनदी है, तो शरीर के अंदर एक मैकेनिज्म है पूरा उन्होंने रोकण का। सो वो प्रो सर्वाइवल जिहड़ा मैकेनिज्म के अंदर सारा कुछ है, उस मैमरी एक गल है। शरीर वो मैमरी, शरीर के अंदर मैमरी सैल्स होंगे हैं, वो मैमरी संभाल के रखते हैं। जदों ही वो चीज़ दोबारा कितने आती है तो नाल दी नाल बड़े स्ट्रोंग मैसेज जाते हैं, जिवें कहते हो जिवें एमरजेंसी बैल वज जाती है, तो शरीर उदों ही एमरजेंसी बैल वजा दिंदा भी बचो बचो कुछ गलत आ गया। तो वो फिर गलत बचो वाला आता तो वो फिर अपना फ्रंट संभाल लेंगे हैं। जिथे भी वो प्रोटीन जाता फिर उत्थे दबोच लेंगे हैं, अंतरियां च आ गया उत्थे दबोच लैणगे, टट्टियां ला देंगे, उल्टियां ला देंगे, उन्होंने बाहर कढ़ने की कोशिश करेंगे। जो गुरदियां को आ गया गुरदा बाहर कढ़ने की कोशिश करेगा, लिवर को आ गया लिवर को करेगा, तो जिथे भी जाएगा उन्होंने उत्थे ही दब लैणगे ताकि वह शरीर को मार ना सके। मरण तो रोकने वास्ते कुदरत बहुत बहुत मदद करती है। देखने वाला सारा मैकेनिज्म जो समझते हैं तो मतलब तुम हैरान रह जाते हो भी नेचर तुहानूं बचाउण लई किवें वाल आउंदी है। मरदा बंदा उदों ही है जो मतलब सारे 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 मैथड फेल हो जाते हैं, जां हमला ही एडा तिखा हुंदा उदों ही मरदा बंदा, नहीं तो मरन नहीं दिंदी जद तक, जां फिर तुसीं अपनी उम्र भोग के मरोगे। डॉक्टर साहब हुण ये दसो कि कणक तो बंदे ने बंद करती, चौल भी ਜਿਹੜੇ ਆਪਾਂ ਸਟਾਰਚ ਜਿਹੜੇ ਗਲੂਕੋਜ਼ ਬਣਾਉਂਦੇ ਨੇ ਇਹ ਵੀ ਆਪਾਂ ਬੰਦ ਕਰਤਾ, ਤੇ ਫਿਰ ਮਿਲਟਸ ਦੇ ਜਿਹੜੇ ਸਿਸਟਮ ਇਹੋ ਜਿਹੇ ਨੇ ਕਿ ਹਰੇਕ ਬੰਦਾ ਜਿਹੜਾ ਉਹ ਬਹੁਤ ਦੁਨੀਆ ਐਕਸੈਪਟ ਕਰ ਰਹੀ ਹੈ, ਲੇਕਿਨ ਹਰੇਕ ਬੰਦਾ ਜਿਹੜਾ ਮਿਲਟਸ ਨੂੰ ਇੰਨਾ ਕੁ ਆਪਣੇ ਹੱਡਾਂ ਦੇ ਵਿੱਚ ਕਣਕ ਚੌਲ ਵਸ ਚੁੱਕਿਆ, ਸਵਾਦ ਆਪਣੇ ਜ਼ੁਬਾਨ ਦੇ ਉੱਤੇ ਇੱਕ ਵਸ ਚੁੱਕਿਆ ਕਿ ਜਲਦੀ ਜਲਦੀ ਮਿਲਟਸ ਨੂੰ 2 ਮਹੀਨੇ 3 ਮਹੀਨੇ 4 ਮਹੀਨੇ 5 ਮਹੀਨੇ ਦਾ ਖਾ ਲੇਗਾ, ਲੇਕਿਨ ਕਣਕ ਚੌਲ ਨੂੰ ਤਾਂ ਉਹ ਸਾਰੀ ਉਮਰ ਦਾ ਖਾਂਦਾ ਆ ਰਿਹਾ, लेकिन मिलट्स ਨੂੰ ਖਾਣ ਨੂੰ ਜਿਹੜਾ ਲੰਮਾ ਸਮਾਂ ਉਹ ਤਿਆਰ ਨਹੀਂ ਹੋ ਪਾਉਂਦਾ। ਕੀ ਕਰਨਾ ਪਏਗਾ? ਹਾਂ ਜੀ, ਦੋ ਹੀ ਨੇ ਜਿਹੜੇ ਅਨਾਜ ਨੇ ਜਿਹਨਾਂ ਨੂੰ ਆਪਾਂ ਇਸ ਵੇਲੇ ਕਹਿੰਦੇ ਹਾਂ ਕਿ ਬਹੁਤ ਜ਼ਿਆਦਾ ਇੰਡਸਟਰੀਲਾਈਜੇਸ਼ਨ ਹੋ ਗਈ ਉਹਨਾਂ ਦੀ, ਕਿ ਉਹਨੂੰ ਇੰਨਾ ਮੋਡੀਫਾਈ ਕਰਤਾ ਗਿਆ ਕਿ ਉਹ ਖਾਣਯੋਗ ਨਹੀਂ ਰਹੇ। ਉਹ ਨੇ ਕਣਕ ਅਤੇ ਚੌਲ 'ਚ ਵਾਈਟ ਰਾਈਸ ਪਰਟੀਕੂਲਰਲੀ। ਰਾਈਸ ਦੀਆਂ ਕੁਛ ਵਰਾਇਟੀਜ਼ ਨੇ ਜਿਹੜੀਆਂ ਬਹੁਤ ਅੱਛੀਆਂ ਨੇ। ਕਣਕ ਵੀ ਕੱਲ੍ਹ ਨੂੰ ਅਸੀਂ ਔਰਗੈਨਿਕ ਮੰਨ ਲਓ ਪੈਦਾ ਕਰ ਲੈਂਦੇ ਹਾਂ ਅਤੇ ਜਿਹੜੀਆਂ ਦੇਸੀ ਵਰਾਇਟੀਜ਼ ਲੈ ਆਉਂਦੇ ਹਾਂ तो पॉसीबिलिटी इस गल की संभावना है कि ये समस्यावां जिहड़ियां ने बहुत घट जाएगियां। हाँ, सिर्फ जी हाईब्रिड कणक है ये तो छुटकारा पाना पैना किसी ना किसी तरीके। और जो वाइट राइस का तरीका जो चौल बनाने का तरीका ना साढ़ा जिस वाइट राइस बनते हैं वो तरीका, देखो ब्राउन राइस है, रैड राइस है, ब्लैक राइस है, ये रिलेटिवली बैटर वरायटीज़ ने, तो ये आप ਜਿਹੜੀਆਂ ਖਾਈਆਂ ਜਾ ਸਕਦੀਆਂ। ਇਸੇ ਤਰ੍ਹਾਂ ਜੇ ਕਣਕ ਅਸੀਂ ਔਰਗੈਨਿਕ ਬੀਜਣ ਲੱਗ ਜਾਈਏ ਅਤੇ ਦੇਸੀ ਵਰਾਇਟੀਜ਼ ਬੀਜਣ ਲੱਗ ਜਾਈਏ। ਹਾਂ, ਆਟਾ ਉਹ ਤਾਂ ਚਲੋ ਆਟੇ ਵਾਲੀ ਗੱਲ ਤਾਂ ਹੈ ਹੀ ਹੈ। ਆਟਾ ਜਿਹੜਾ ਹੁੰਦਾ ਆਟਾ ਵੈਸੇ ਵੀ ਅਨਾਜ ਨੂੰ ਆਟੇ ਦੇ ਤੌਰ 'ਤੇ ਖਾਣਾ ਜਿਹੜਾ ਇਹ ਇਕੱਲਾ ਹੀ ਆਟੇ ਦੇ ਤੌਰ 'ਤੇ ਖਾਈ ਜਾਣਾ ਇਹ ਬਹੁਤਾ ਐਡਵਾਈਜ਼ੇਬਲ ਨਹੀਂ ਹੈ, ਕਿਉਂਕਿ ਜਿਹੜਾ ਆਟੇ ਦੇ ਤੌਰ 'ਤੇ ਤੁਸੀਂ ਖਾਂਦੇ ਆ ਤਾਂ ਉਹ ਸ਼ੂਗਰ ਇੱਕਦਮ ਬਣਦੀ ਹੈ। ਜੇ ਤੁਸੀਂ ਅਨਾਜ ਨੂੰ ਦਲੀਆ ਬਣਾ ਕੇ ਖਾਦਾ, ਦਲੀਆ ਅਤੇ ਆਟੇ 'ਚ ਜ਼ਮੀਨ ਸਮਾਨ ਦਾ ਫਰਕ ਪੈ ਜਾਂਦਾ। हाँ, दलिया जो हौली हौली हजम होएगा, आटा एकदम हजम हो जाता है। तो कोशिश करनी चाहिए है कि रोटी के नाल आप अनाज में एज ए होल खाइए, जिमें आप चौल खाने या जिदा आप दलिया खाने या जिदा आप मिलट खाने, तो खिचड़ी के तौर पर, चौलों के तौर पर, पुलाव के तौर पर, बिरयानी के तौर पर वो भी खाइए। तो जो रोटी बनानी भी है तो रोटी के अंदर भी कुछ तरीके रोटी के असीं कढ़े हैं, जो असीं नहीं कढ़े मतलब अपनी सभ्यता का पार्ट ने वो, कि जिस तरह मिस्सी रोटी बनती है। हाँ, मिस्सी रोटी के अंदर फिर असी कणक के नाल जिहड़ियां पत्ते पाने, घीया पाना, मूली पाते सी, मूली वाली रोटी है, मेथी वाली रोटी है, खीरे की हो सकती है, गाजर की हो सकती है, कच्चे पपीते की हो सकती है, ईवन कच्चे केले की हो सकती है। उस तो बाद तुहाडा पत्ता कोई भी पत्ते निक्के किस्म के पत्ते पै सकते हैं, धनिया पै सकता है, पुदीना पै सकता है, प्याज तो पै ही सकता है, कच्चा प्याज दी भुक्कां पै सकदियां ने। फिर थोड़ा सुहांजना, खास करके जो मिठा सुहांजना है, मिठ सुहांजना दो तरह का आ रहा, जो साढ़ा देसी सुहांजना कौड़ा थोड़ा जिहा, लेकिन जो दक्षिण भारत तो सुहांजना आया वो मिठा। गुण सारे दे सेम ने? गुण सेम ने, पर वो रोटी च पाउणा थोड़ा जिहा कड़तन च आ जाएगी रोटी। तो वो जिहड़ी सुहांजना है, कड़ी पत्ता है, पालक है,
तो बहुत सारे जिवें मैं अमरूदां दे पत्तियां दी बना के देखी रोटी, बहुत फर्स्ट क्लास बनती है। हाँ, अमरूद दे जिहड़े नरम पत्ते ने ਉਹ ਤੁਸੀਂ ਆਟੇ 'ਚ ਗੁੰਨ ਲਓ। ਆਲੂ ਵਗੈਰਾ ਦੀ ਆਲੂ ਬਿਲਕੁਲ ਆਲੂ ਵੀ ਪਾ ਸਕਦੇ ਹਾਂ, ਲੇਕਿਨ ਆਲੂ ਵੀ ਅੱਜ ਕੱਲ੍ਹ ਜਿਹੜੇ ਹੁਣ ਆ ਗਏ ਹੋਏ ਮਾਡਰਨ ਜਿਹੇ ਆਲੂ ਨੇ ਹਾਈਬ੍ਰਿਡ, ਇਹਦੇ 'ਚ ਸਟਾਰਚ ਬਹੁਤ ਜ਼ਿਆਦਾ। ਆਲੂਆਂ ਦੀ ਵੀ ਕੋਸ਼ਿਸ਼ ਕਰਨੀ ਚਾਹੀਦੀ ਆਰਗੈਨਿਕ ਅਤੇ ਦੇਸੀ ਵੈਰਾਈਟੀਜ਼ ਹੋਣ, ਤਾਂ ਉਹ ਰਿਲੇਟਿਵਲੀ ਸਟਾਰਚ ਜਿਹੜੀ ਆ ਉਹਦੇ 'ਚ ਘੱਟ ਹੈ ਜਾਂ ਕੰਪਲੈਕਸ ਹੈ। ਬਿਲਕੁਲ ਕੁਛ ਗੁੰਨ ਲਈਏ ਆਪਾਂ ਵਿੱਚ ਮਿਕਸ ਜਿਹਾ ਕਰਕੇ, ਇੱਕ ਤਾਂ ਰੋਟੀ ਸਵਾਦ ਬਹੁਤ ਬਣਦੀ ਹੈ, ਇੱਕ ਜਿਸ ਢੰਗ ਨਾਲ ਬਣਦੀ ਹੈ ਸਲੋਲੀ ਉਹ ਸਾਰਾ ਕੁਛ ਵਿੱਚ ਕੁੱਕ ਹੋ ਜਾਂਦਾ। ਇੱਕ ਥੋੜ੍ਹਾ ਜਿਹਾ ਹਲਕਾ ਜਿਹਾ ਘੀ ਲੱਗ ਜਾਂਦਾ ਉੱਪਰ, ਉਹਦੇ ਨਾਲ ਹੋਰ ਵੀ ਉਹਦੀ ਜਿਹੜੀ ਡਾਈਜੈਸ਼ਨ ਹੈ ਉਹ ਹੌਲੀ ਹੌਲੀ ਹੋ ਜਾਂਦੀ ਹੈ, ਤਾਂ ਕਿ ਉਹ ਇੱਕਦਮ ਖੂਨ 'ਚ ਉਹ ਨਾ ਰਲਾਵੇ। ਜਿਹੜੀ ਬ੍ਰੈਡ ਖਾਣ ਦਾ ਵਰਤਾਰਾ ਹੈ ਇਹ ਕਿਤੇ ਬੜਾ ਖਤਰਨਾਕ ਹੈ, ਪਤਾ ਨਹੀਂ ਕਿੱਥੋਂ ਲਿਆਂਦੀ ਅਸੀਂ। ਤਾਂ ਡਾਕਟਰ ਤਾਂ ਜਦੋਂ ਬਿਮਾਰ ਹੁੰਦਾ ਬੰਦਾ ਕਹਿੰਦਾ ਚਲ ਰੋਟੀ ਨਹੀਂ ਤਾਂ ਥੋੜ੍ਹੀ ਜਿਹੀ ਬ੍ਰੈਡ ਦੇ ਦਿਓ, ਇਹ ਵੀ ਕੀ ਚੱਕਰ ਹੈ? ਨਹੀਂ, ਉਹ ਗਲਤ ਹੈ, ਅਸੀਂ ਉਹਨੂੰ ਨਹੀਂ ਰਿਕਮੈਂਡ ਕਰਦੇ। ਨਹੀਂ, ਅਸੀਂ ਕਹਿੰਦੇ ਹਾਂ ਜੇ ਬੰਦਾ ਬਿਮਾਰ ਹੈ ਤਾਂ ਉਹਨੂੰ ਅਨਾਜ ਖਾਣਾ ਹੀ ਨਹੀਂ ਚਾਹੀਦਾ, ਉਹਨੂੰ ਤਾਂ ਜਿਹੜੇ ਨੇ ਜੂਸਿਸ ਪੀਣੇ ਚਾਹੀਦੇ ਆ। ਅਸੀਂ ਉਹਨੂੰ ਕਹਿੰਦੇ ਹਾਂ ਸਬਜ਼ੀਆਂ ਦਾ ਜੂਸ ਅਲੱਗ ਹੈ, ਫਲਾਂ ਦਾ ਜੂਸ ਅਲੱਗ ਹੈ, ਫਿਰ ਤੁਹਾਡੇ ਉਸ ਤੋਂ ਬਾਅਦ ਜਿਹੜੇ ਨੇ ਨਾਰੀਅਲ ਪਾਣੀ ਹੈ, ਕੁਛ ਕਾੜੇ ਦਿੰਦੇ ਹਾਂ ਅਸੀਂ, ਤਾਂ ਅਸੀਂ ਪੀਣ ਵਾਲੀ ਚੀਜ਼ਾਂ ਦਿੰਦੇ ਹਾਂ, ਉਹਨਾਂ ਨੂੰ ਅਨਾਜ ਮਨਾ ਕਰ ਦਿੰਦੇ ਹਾਂ। ਜਿਹੜਾ ਅਨਾਜ ਖਾਣਾ, ਅਨਾਜ ਸ਼ਾਇਦ ਇਸ ਕਰਕੇ ਡਾਕਟਰ ਕਹਿੰਦੇ ਆ ਕਿ ਉਹ ਈਜ਼ੀਲੀ ਡਾਈਜੈਸਟੇਬਲ ਹੈ, ਅਤੇ ਲੇਕਿਨ ਈਜ਼ੀਲੀ ਡਾਈਜੈਸਟੇਬਲ ਵੀ ਹੋਏਗਾ ਤਾਂ ਵੀ ਜਿਹੜਾ ਹੈ ਅਸੀਂ ਬਾਡੀ ਨੂੰ ਜਦੋਂ ਬਿਮਾਰ ਬਾਡੀ ਹੈ ਤਾਂ ਉਹਨੂੰ ਵਿਹਲਾ ਕਰਨਾ ਚਾਹੁੰਦੇ ਹਾਂ ਖਾਣੇ ਦੇ ਹਾਜ਼ਮੇ ਤੋਂ, ਕਿਉਂਕਿ ਜਦੋਂ ਅਸੀਂ ਖਾਣੇ ਦੇ ਤੇ ਕੰਮ ਤੋਂ ਉਹਨੂੰ ਵਿਹਲਾ ਕਰ ਦਾਂਗੇ ਸਰੀਰ ਨੂੰ, ਤਾਂ ਖਾਣਾ ਉਹ ਫਿਰ ਸਰੀਰ ਜਿਹੜਾ ਉਹ ਆਪਣੇ ਆਪ ਨੂੰ ਤੇ ਰਾਜੀ ਕਰਨ ਵੱਲ, ਹੈਲਦੀ ਕਰਨ ਵੱਲ ਉਹਦਾ ਸਾਰਾ ਐਨਰਜੀ ਲੱਗੇਗੀ। 70% ਐਨਰਜੀ ਜਿਹੜੀ ਸਾਡੀ ਹੈ ਉਹ ਖਾਣਾ ਹਜ਼ਮ ਕਰਨ 'ਚ ਲੱਗਦੀ ਹੈ, ਅਤੇ ਜੇ ਆਪਾਂ ਹਜ਼ਮ ਹੋਣ ਵਾਲੇ ਖਾਣੇ ਦੇਈ ਜਾਵਾਂਗੇ ਤਾਂ 70% ਐਨਰਜੀ ਉੱਧਰ ਗਈ ਅਤੇ ਬਾਕੀ ਰਹਿ ਗਈ 30%। ਹੁਣ 30% 'ਚੋਂ ਤੁਹਾਨੂੰ ਅੱਗੇ ਕੁਛ ਐਨਰਜੀ ਮਿਲਣੀ ਹੈ ਜਿਹੜਾ ਤੁਹਾਨੂੰ ਬਿਮਾਰੀ ਵਾਸਤੇ, ਲੇਕਿਨ ਜੇ ਤੁਸੀਂ ਖਾਣਾ ਬੰਦ ਕਰਤਾ ਤਾਂ ਤੁਹਾਡੀ 100% ਐਨਰਜੀ ਉੱਧਰ ਲੱਗ ਗਈ। ਤਾਂ ਕੁਦਰਤੀ ਹਾਲਤ ਤਾਂ ਉਹ ਤੁਸੀਂ ਦੇਖੋਗੇ ਕਿ 3 ਦਿਨ ਦਾ ਜਿਹੜਾ ਲਿਕੁਇਡ ਡਾਈਟ 'ਤੇ ਆਏ ਬੰਦਾ ਹੈ ਉਹ ਸਾਰੀਆਂ ਫੀਵਰ ਹੋਵੇ, ਡਾਇਰੀਆ ਹੋਵੇ, ਜੋ ਵੀ ਉਹਨੂੰ ਬਿਮਾਰੀ ਜ਼ੁਕਾਮ ਹੋਵੇ, ਤਾਂ ਸਾਰੇ ਦੇ ਸਾਰੇ ਠੀਕ ਹੋ ਜਾਂਦੀਆਂ ਨੇ। ਤਾਂ ਇਸ ਕਰਕੇ ਅਸੀਂ ਨਹੀਂ ਰਿਕਮੈਂਡ ਕਰਦੇ ਬ੍ਰੈਡ ਵਗੈਰਾ, ਅਸੀਂ ਤਾਂ ਕਹਿੰਦੇ ਹਾਂ ਵੀ ਤੁਸੀਂ ਲਿਕੁਇਡਸ ਲਓ ਔਰ ਖਾਸ ਕਰਕੇ ਜੂਸਿਸ ਲਓ ਔਰ ਨਾਰੀਅਲ ਪਾਣੀ ਲਓ ਔਰ ਕਾੜੇ ਲਓ। ਜੇ ਇਹ ਮੰਨ ਲਓ ਵੀ ਆਪਾਂ ਇਹ ਸਾਰਾ ਪ੍ਰੋਸੈਸ ਸ਼ੁਰੂ ਕਰ ਲੈਂਦੇ ਹਾਂ, ਕਣਕ ਚੌਲ ਕੁਛ ਚਿਰ ਲਈ ਛੱਡ ਵੀ ਦਿੱਤੇ, ਜਿਹੜੇ ਬਾਡੀ ਦੇ ਅੰਦਰ ਆਪਣੇ ਗਲਤ ਪ੍ਰੋਟੀਨ ਗਏ ਨੇ ਅਤੇ ਉਹਨਾਂ ਦੀ ਜਿਹੜੀ ਖਰਾਬੀ ਆ ਉਹ ਵੀ ਆਪਾਂ ਠੀਕ ਕਰ ਲਈ, ਇੱਕ ਸਮਾਂ ਐਸਾ ਆਉਂਦਾ ਵੀ ਚਲੋ ਲੀਕੀ ਗੱਟ ਵੀ ਤੁਸੀਂ ਕਹਿੰਦੇ ਹੋ ਵੀ ਠੀਕ ਹੋ ਜਾਂਦੀ ਹੈ, ਉਸ ਤੋਂ ਬਾਅਦ ਕੀ ਕਦੇ ਜ਼ਿੰਦਗੀ ਦੇ ਵਿੱਚੋਂ ਕਣਕ ਚੌਲ ਦੁਬਾਰਾ ਖਾ ਸਕਦਾ ਜਾਂ ਬਿਲਕੁਲ ਖਾਣੀ ਚਾਹੀਦੀ? ਨਹੀਂ, ਇੱਕ ਤਾਂ ਵੀਰ ਖਾ ਲੂਗਾ, ਕੋਈ ਨੁਕਸਾਨ ਨਹੀਂ ਹੋਣ ਲੱਗਿਆ, ਪਰ ਜੋ ਫਿਰ ਲਗਾਤਾਰ ਖਾਈ ਜਾਏਗਾ ਤਾਂ ਫਿਰ ਉਸੇ ਸਥਿਤੀ ਫਿਰ ਚਲਾ ਜਾਏਗਾ ਹੌਲੀ ਹੌਲੀ। ਇਹ ਨਹੀਂ ਵੀ ਇੱਕ ਦਿਨ ਖਾਣ ਨਾਲ ਉਹਨੂੰ ਕੋਈ ਜ਼ਹਿਰ ਹੈ ਉਹ ਜਿਹੜਾ ਇੱਕਦਮ ਜਾ ਕੇ ਲੱਗ ਜਾਏਗੀ ਉਹਨੂੰ। ਜੇ ਮੰਨ ਲਓ ਕਿਸੇ ਨੇ ਵਿਆਹ 'ਚ ਫਸਿਆ ਫਸਾਇਆ ਕਿਤੇ ਉਹਨੂੰ ਰੋਟੀ ਖਾਣੀ ਪੈ ਗਈ, ਇੱਕ ਦਿਨ ਖਾਣ ਨਾਲ ਕੁਛ ਨਹੀਂ ਹੁੰਦਾ। ਉਹ ਵੀ ਅਸੀਂ ਰਿਕਮੈਂਡ ਕਰਦੇ ਹਾਂ ਕਿ ਤੁਸੀਂ ਜੇ ਖਾਣੀ ਵੀ ਹੈ ਤਾਂ ਉਹਨੂੰ ਸਾਤਵਿਕ ਰੋਟੀ ਅਸੀਂ ਕਹਿੰਦੇ ਉਹਨੂੰ ਜਿਵੇਂ ਮਿੱਸੀ ਰੋਟੀ ਬਣਦੀ ਹੈ ਉੱਦਾਂ ਬਣਾ ਕੇ ਖਾ ਲਓ। ਮਿੱਸੀ ਰੋਟੀ ਨਹੀਂ ਖਰਾਬ ਕਰਦੀ? ਨੈਚੁਰਲੀ ਕੋਈ ਘੱਟ ਖਰਾਬ ਕਰੇਗੀ ਨਾ, ਕਿਉਂਕਿ ਉਹਦੇ ਅੰਦਰ ਪੱਤੇ ਆ ਗਏ, ਹੋਰ ਚੀਜ਼ਾਂ ਆ ਗਈਆਂ, ਤਾਂ ਸਾਰੇ ਜਿਹੜੇ ਔਗਣ ਨੇ ਉਹਦੇ, ਉਹ ਔਗਣ ਦੇ ਵਿੱਚ ਚਿਪਚਿਪਾਹਟ ਹੈ। ਚਿਪਚਿਪਾਹਟ ਜਿਹੜੀ ਆ ਉਹਦੇ ਪੱਤੇ ਪੈਣ ਨਾਲ ਚਿਪਚਿਪਾਹਟ ਵਾਲਾ ਸਿਸਟਮ ਖਤਮ ਹੋ ਗਿਆ, ਕਿ ਜਾ ਕੇ ਜਦੋਂ ਲੱਗਣਾ ਤਾਂ ਉਹਦੀ ਚਿਪਚਿਪਾਹਟ ਖਤਮ ਹੋ ਗਈ। ਤਾਂ ਇੱਦਾਂ ਹੀ ਜਿਹੜੇ ਪ੍ਰੋਟੀਨਸ ਨੇ ਉਹ ਵੀ ਉਹਨੂੰ ਉਹਨਾਂ ਘੱਟ ਤੰਗ ਕਰਨਗੇ, ਕਿਉਂਕਿ ਬਾਕੀ ਨਾਲ ਚੀਜ਼ਾਂ ਰਲ ਗਈਆਂ, ਤਾਂ ਰਲ ਕੇ ਫਿਰ ਕੁਦਰਤੀ ਗੱਲ ਉਹਨਾਂ ਥੋੜ੍ਹਾ ਕਰਨਗੇ ਨਾ। ਮੰਨ ਲਓ ਤੁਸੀਂ ਪੱਤੇ ਪਾਓਗੇ, ਮੂਲੀ ਪਾਓਗੇ, ਤਾਂ ਸਭ ਕੁਝ ਪਾ ਸਕਦੇ ਹਾਂ, ਤਾਂ ਤੁਸੀਂ 2 ਹਿੱਸੇ ਦਾ ਉਹ ਪਾਤੇ, 1 ਹਿੱਸਾ ਆਟਾ ਪਾਇਆ, ਤੀਜਾ ਹਿੱਸਾ ਰਹਿ ਗਿਆ ਨਾ ਉਹਦਾ ਔਗਣ, ਫਿਰ ਜਿਹੜੇ ਪੱਤਿਆਂ ਦੇ ਗੁਣ ਨੇ ਅਤੇ ਉਹਦੇ ਗੁਣ ਨੇ ਉਹਦੇ ਔਗਣਾਂ ਨੂੰ ਦੱਬ ਲੈਣਗੇ। ਤਾਂ ਉਹਦੇ ਕਰਕੇ ਸਾਤਵਿਕ ਰੋਟੀ, ਅਸੀਂ ਉਹਨੂੰ ਸਾਤਵਿਕ ਰੋਟੀ ਦਾ ਨਾਮ ਵੀ ਦਿੱਤਾ। ਤਾਂ YouTube 'ਤੇ ਵੀਡੀਓਜ਼ ਵੀ ਪਈਆਂ ਨੇ ਵੀ ਸਾਤਵਿਕ ਰੋਟੀ ਕੈਸੇ ਬਣਾਏ, ਬਹੁਤ ਅੱਛੀਆਂ ਵੀਡੀਓਜ਼ ਪਈਆਂ ਨੇ। ਤਾਂ ਸਾਤਵਿਕ ਰੋਟੀ ਬਹੁਤ ਸਵਾਦ ਵੀ ਬਹੁਤ ਬਣਦੀ ਹੈ। ਤੁਸੀਂ ਸਬਜ਼ੀ ਵਾਲੇ ਹੋਵੇ ਨਾ ਹੋਵੇ, ਮਾੜਾ ਮੋਟਾ ਕੋਈ ਲੱਸੀ ਵੀ ਖੱਟੀ ਪਈ ਹੈ ਉਹਦੇ ਨਾਲ ਖਾ ਲਓ, ਜਾਂ ਤੁਸੀਂ ਕੋਈ ਵੀ ਤੁਹਾਡੇ ਕੋਲ ਨਾ ਵੀ ਕੁਛ ਵੀ ਹੋਵੇ ਤਾਂ ਵੀ ਉਹਦੇ 'ਚ ਜੇ ਆਪਾਂ ਘੀ ਦਾ ਚਮਚਾ ਪਾ ਲਾਂਗੇ ਤਾਂ ਇੰਨੀ ਨਰਮ ਬਣਦੀ ਹੈ ਕਿ ਤੁਸੀਂ ਵੈਸੇ ਵੀ ਖਾ ਲਓਗੇ ਗੋਲ ਕਰਕੇ, ਤਾਂ ਵੀ ਖਾਈ ਜਾਏਗੀ। ਤਾਂ ਉਹ ਜਿਹੜੀ ਸਾਤਵਿਕ ਰੋਟੀ ਵਾਲਾ ਕਨਸੈਪਟ ਆ ਉਹ ਕਦੀ ਜੇ ਇੱਦਾਂ ਦਾ ਫਸ ਜਾਓ ਕਿਤੇ ਸਿਚੁਏਸ਼ਨ 'ਚ, ਉਹ ਵੀ ਕਰ ਲੈਣਾ ਚਾਹੀਦਾ। ਜਾਂ ਫਿਰ ਦੂਜਾ ਤਰੀਕਾ ਹੁੰਦਾ ਕਿ ਪਹਿਲਾਂ ਸਲਾਦ ਖਾਓ ਪਲੇਟ ਭਰ ਕੇ, ਜਦੋਂ ਵੀ ਅਨਾਜ ਖਾਣਾ ਉਸ ਤੋਂ ਪਹਿਲਾਂ ਸਲਾਦ ਖਾ ਲਓ ਜਾਂ ਫਲ ਖਾ ਲਓ, ਉਹ ਚੀਜ਼ ਕੱਚੀ ਖਾ ਲਓ, ਫਿਰ ਤੋਂ ਉਹ ਖਾ ਲਓ। ਫਿਰ ਕਿਉਂਕਿ ਅੰਤਰੀਆਂ 'ਚ ਪਹਿਲਾਂ ਹੀ ਉਹ ਸਲਾਦ ਪਈ ਹੈ, ਜਦੋਂ ਉਹ ਜਾਏਗਾ ਤਾਂ ਉਹਦੇ ਜੇ ਔਗਣ ਨੇ ਉਹਨਾਂ ਨੂੰ ਉਹ ਨਿਊਟਰਲਾਈਜ਼ ਕਰ ਦੇਗਾ ਜਿਹੜਾ ਸਲਾਦ ਹੈ। ਤਾਂ ਉਹ ਤਰੀਕਾ ਵੀ ਅਸੀਂ ਕਹਿੰਦੇ ਹਾਂ ਵੀ ਜੇ ਬਿਲਕੁਲ ਹੀ ਇਹੋ ਜਿਹੀ ਗੱਲ ਹੈ ਤਾਂ ਮੰਨ ਲਓ ਵਿਆਹ 'ਚ ਤੁਸੀਂ ਫਸ ਗਏ ਤਾਂ ਪਹਿਲਾਂ ਪਲੇਟ ਭਰ ਕੇ ਸਲਾਦ ਖਾਓ ਫਿਰ ਖਾ ਲਓ ਉਹ। ਸੋ ਇਸ ਕਰਕੇ ਉਹ ਫਿਰ ਜਿਹੜਾ ਹੈ ਉਹ, ਲੇਕਿਨ ਵੀਟ ਐਲਰਜੀ ਵਾਲੇ ਵਾਸਤੇ ਇਹ ਸੋਲਿਊਸ਼ਨ ਵੀ ਕਾਰਗਰ ਨਹੀਂ ਹੁੰਦੇ ਬਹੁਤੇ। ਵੀਟ ਐਲਰਜੀ ਵਾਲੇ ਵਾਸਤੇ ਤਾਂ ਇਹੀ ਰੱਖਣਾ ਚਾਹੀਦਾ ਕਿ ਵੀਟ ਐਲਰਜੀ ਵਾਲਾ ਬੰਦਾ ਤਾਂ ਕਣਕ ਖਾਵੇ ਹੀ ਨਾ, ਉਹ ਤਾਂ ਹੀ ਉਹਦੇ ਲਈ ਸਭ ਤੋਂ ਵਧੀਆ ਚੀਜ਼ ਹੈ, ਕਿਉਂਕਿ ਜੇ ਉਹ ਖਾਏਗਾ
ਤਾਂ ਉਹਦੇ ਅੰਦਰ ਫਿਰ ਉਹ ਜਿਹੜਾ ਪੁਰਾਣਾ ਪ੍ਰੋਸੈਸ ਹੁੰਦਾ ਉਹਦਾ ਆਟੋਮਿਊਨਿਟੀ ਵਾਲਾ ਉਹ ਫਿਰ ਜਾਗ ਪੈਂਦਾ, ਸਰੀਰ ਨੂੰ ਫਿਰ ਉਹ ਯਾਦ ਆ ਜਾਂਦਾ ਵੀ ਹਾਂ ਫਿਰ ਤਾਂ ਜੇ ਫਿਰ ਵੀ ਆਈ ਜਾਂਦਾ ਵੀ ਇਹ ਤਾਂ ਨਹੀਂ ਆਇਆ ਮਹੀਨਾ 2 ਮਹੀਨੇ ਪਰ ਫਿਰ ਆ ਗਿਆ ਹੁਣ। ਤਾਂ ਉਹ ਫਿਰ ਉਹਨੂੰ ਯਾਦ ਕਰਾਉਣ ਦੀ ਲੋੜ ਨਹੀਂ ਹੁੰਦੀ, ਜਿੰਨਾ ਆਪਾਂ ਯਾਦ ਨਾ ਕਰਾਵਾਂਗੇ ਫਿਰ ਉਹ ਸਰੀਰ ਦਾ ਜਿਹੜਾ ਮਤਲਬ ਬੈਡ ਚੇਨ ਆਫ ਰਿਐਕਸ਼ਨਸ ਹੈ ਉਹ ਹੌਲੀ ਹੌਲੀ ਸ਼ਾਂਤ ਹੋ ਜਾਂਦਾ। ਅਤੇ ਇਸ ਕਰਕੇ ਐਲਰਜੀ ਵਾਲਿਆਂ ਨੂੰ ਇਹੀ ਰਿਕਮੈਂਡੇਸ਼ਨ ਹੈ ਕਿ ਵੀ ਉਹ ਕੋਸ਼ਿਸ਼ ਕਰੋ ਕਿ ਉਹ ਖਾਓ ਹੀ ਨਾ, ਉਹਦਾ ਬਦਲ ਸਪੋਜ਼ ਬਾਹਰ ਜਾਣਾ ਤੁਸੀਂ ਆਪਣੇ ਲਿਫਾਫੇ 'ਚ ਪਾ ਕੇ ਆਟਾ ਨਾਲ ਲੈ ਜਾਓ, ਅੱਜ ਕੱਲ੍ਹ ਕਣਕ ਤੋਂ ਬਿਨਾਂ ਵਾਲੇ ਆਟੇ ਮਿਲਦੇ ਆ। ਅੱਛਾ ਉਹਦੇ 'ਚ ਜਿਹੜੇ 5 ਅਨਾਜਾਂ ਤੋਂ ਇਲਾਵਾ ਜਿਹੜੇ ਆਪਾਂ ਮਿਲਟਸ ਕਹਿ ਰਹੇ ਹਾਂ, ਇਸ ਤੋਂ ਇਲਾਵਾ ਘੱਟੋ ਘੱਟ 8-10 ਕਿਸਮ ਦੇ ਹੋਰ ਅਨਾਜ ਨੇ ਜਿਹੜੇ ਆਪਾਂ ਖਾ ਸਕਦੇ ਹਾਂ। ਉਹਦੇ ਜਵਾਰ ਹੈ, ਬਾਜਰਾ ਹੈ, ਮੱਕੀ ਹੈ, ਥੋੜ੍ਹਾ ਜੌਂ ਨੇ, ਜਵੀ ਹੈ, ਰਾਗੀ ਹੈ, ਪ੍ਰੋਜ਼ੋ ਮਿਲਟ ਹੈ, ਥੋੜ੍ਹੀ ਉਹ ਹੈ ਅਮਰੈਂਥਸ ਹੈ, ਚੁਲਾਈ ਦਾ ਆਟਾ ਬਹੁਤ ਸੋਹਣਾ ਬਣਦਾ, ਚੁਲਾਈ ਹੈ। ਹਾਂ ਬਿਲਕੁਲ, ਉਹਦੇ 'ਚ ਉਹ ਲੋਕ ਥੋੜ੍ਹੀ ਦਾਲਾਂ ਪਾ ਲੈਂਦੇ, ਕਈ ਵਾਰੀ ਸੋਇਆਬੀਨ ਦਾ ਆਟਾ ਪਾ ਲੈਂਦੇ ਆ, ਹਾਂ ਦਾਲਾਂ ਪਾ ਲੈਂਦੇ ਥੋੜ੍ਹੀਆਂ, ਦਾਲ ਵੀ ਪੈ ਜਾਂਦੀ ਹੈ ਮੰਨ ਲਓ। ਹਾਂ ਪੀਸ ਕੇ ਜਾਂ ਭਿਉਂ ਕੇ ਉਹਨੂੰ ਮਿਕਸੀ 'ਚ ਗੇੜਾ ਦੇ ਲਓ। ਜਿਵੇਂ ਫਾਰ ਐਗਜ਼ਾਮਪਲ ਉਹਦੇ ਅੰਦਰ ਲੇਸ ਘੱਟ ਹੈ ਅਤੇ ਰੋਟੀ ਬਣਨ 'ਚ ਦਿੱਕਤ ਆਉਂਦੀ, ਬਹੁਤ ਲੋਕ ਮਾਂਹ ਦੀ ਦਾਲ ਧੋਤੀ ਥੋੜ੍ਹੀ ਜਿਹੀ ਪਾ ਲੈਂਦੇ 10-15%, ਉਹਦੇ ਨਾਲ ਰੋਟੀ ਬਹੁਤ ਸੋਹਣੀ ਬਣ ਜਾਂਦੀ ਹੈ, ਪੂੜਾ ਬਹੁਤ ਸੋਹਣਾ ਬਣ ਜਾਂਦਾ ਹੈ ਮਾਂਹ ਦੀ ਦਾਲ ਨਾਲ। ਤਾਂ ਥੋੜ੍ਹੀ ਪਰ ਦਾਲ ਜਦੋਂ ਵੀ ਪਾਉਣੀ ਆਟੇ ਦੇ ਅੰਦਰ ਤਾਂ 5ਵੇਂ ਹਿੱਸੇ ਤੋਂ ਵੱਧ ਨਹੀਂ ਪਾਉਣੀ। ਜਿਵੇਂ ਛੋਲਿਆਂ ਦਾ ਵੇਸਣ ਵੀ ਪਾਉਣਾ ਹੈ, ਛੋਲਿਆਂ ਦਾ ਆਟਾ ਪਾਉਣਾ ਹੈ, ਵੈਸੇ ਤਾਂ ਵੇਸਣ ਦੀ ਵੀ ਛੋਲਿਆਂ ਦਾ ਆਟਾ ਪਾਓ ਜ਼ਿਆਦਾ ਬੈਟਰ ਹੈ, ਅਤੇ ਉਹ ਵੀ 5ਵਾਂ ਹਿੱਸਾ 20%। ਸੋਇਆ ਵੀ ਥੋੜ੍ਹੀ, ਸੋਇਆ ਵੈਸੇ ਵੀ ਬਹੁਤ ਅੱਛੀ ਦਾਲ ਨਹੀਂ ਹੈ ਕਿਉਂਕਿ ਹਾਰਮੋਨ ਡਿਸਟਰਬ ਕਰਦੀ ਹੈ। ਸੋਇਆ ਦੀਆਂ ਸਟੱਡੀਜ਼ ਜਿੰਨੀਆਂ ਕਹਿ ਰਹੀਆਂ ਨੇ ਕਿ ਸੋਇਆ ਐਕਸੈਸਿਵ ਨਹੀਂ ਯੂਜ਼ ਕਰੋ, ਕਦੀ ਕਦਾਈ ਦੀ ਕੋਈ ਗੱਲ ਨਹੀਂ, ਲੇਕਿਨ ਐਕਸੈਸਿਵ ਸੋਇਆਬੀਨ ਨਾ ਖਾਓ ਕਿ ਐਕਸੈਸਿਵ ਸੋਇਆਬੀਨ ਜਿਹੜਾ ਉਹ ਹਾਰਮੋਨ ਡਿਸਟਰਬ ਕਰਦਾ। ਇਸ ਕਰਕੇ ਸੋਇਆਬੀਨ ਦਾ ਖਾਣਾ ਤਾਂ ਥੋੜ੍ਹਾ ਲਿਮਟਡ ਖਾਓ, ਅਤੇ ਇੱਦਾਂ ਕਰਕੇ ਆਪਾਂ ਕਰ ਸਕਦੇ ਹਾਂ। ਇਸੇ ਤਰ੍ਹਾਂ ਆਪਾਂ ਜੇ ਬਹੁਤ ਜ਼ਿਆਦਾ ਆਪਾਂ ਆਪਣੇ ਕੋਲ ਜੇ ਮੰਨ ਲਓ ਕਾਲੇ ਚੌਲ ਹੈਗੇ ਹੈ, ਲਾਲ ਚੌਲ ਹੈਗੇ ਹੈ, ਤਾਂ ਉਹ ਵੀ ਆਟੇ 'ਚ ਪਾ ਲੈਂਦੇ ਲੋਕ, ਚੌਲ ਵੀ ਪਾ ਲੈਂਦੇ ਆ। ਅਤੇ ਇਸ ਕਰਕੇ ਕਣਕ ਨੂੰ ਛੱਡ ਕੇ, ਕਣਕ ਜੇ ਉਹਦੀ ਕੱਢਣੀ ਹੋਵੇ ਮਾਈਨਸ, ਤਾਂ ਉਹਦੇ ਅੰਦਰ ਬਹੁਤ ਸਾਰੇ ਹੋਰ ਨੇ ਜਿਹੜੇ 0G ਦੇ ਨਾਂ 'ਤੇ, ਗਲੂਟਨ ਫਰੀ ਦੇ ਨਾਂ 'ਤੇ ਬਹੁਤ ਸਾਰੇ ਆਟੇ ਮਾਰਕੀਟ 'ਚ ਉਪਲਬਧ ਨੇ। ਮਲਟੀਗ੍ਰੇਨ ਵਿਦਾਊਟ ਅਬ ਜਾ ਕੇ ਤੁਸੀਂ ਮੰਗੋਗੇ ਮਲਟੀਗ੍ਰੇਨ ਆਟਾ ਚਾਹੀਦਾ, ਕਣਕ ਨਾ ਹੋਵੇ ਵਿੱਚ, ਤਾਂ ਦੁਕਾਨਾਂ ਵਾਲੇ ਬਹੁਤੇ ਚੱਕੀਆਂ ਵਾਲੇ ਵੀ ਦੇਣ ਲੱਗੇ ਹੁਣ, ਕਿਉਂਕਿ ਲੋਕਾਂ ਨੂੰ ਐਲਰਜੀ ਇੰਨੀ ਹੋਣ ਲੱਗੀ ਹੈ ਕਿ ਤਕਰੀਬਨ ਮਿਲ ਜਾਂਦਾ ਹੈ। ਅਤੇ ਇਸ ਕਰਕੇ ਕੋਈ ਦਿੱਕਤ ਨਹੀਂ ਹੈ, ਬਸ ਕਣਕ ਤੋਂ ਬਿਨਾਂ ਵਾਲਾ ਆਟਾ ਖਾ ਲਓ, ਜ਼ਿਆਦਾ ਖਾਓ। ਇਹ ਪੰਜ ਅਨਾਜ ਜਿਹੜੇ 5 ਮਿਲਟਸ ਨੇ ਇਹ ਬੜੇ ਵੰਡਰਫੁਲ ਗ੍ਰੇਨਸ ਨੇ। ਇਹ 25-30 ਸਾਲ ਦੀ ਰਿਸਰਚ ਤੋਂ ਬਾਅਦ ਡਾਕਟਰ ਖਾਦਰਵਲੀ ਨੇ ਤਾਂ ਬਹੁਤ ਕੰਮ ਕੀਤਾ, ਤਾਂ ਉਹਨਾਂ ਨੇ ਜਿਹੜੇ ਬਹੁਤ ਹੀ ਵੰਡਰਫੁਲ ਅਨਾਜ ਦਿੱਤੇ ਮਨੁੱਖਤਾ ਨੂੰ। ਮੈਂ ਸਮਝਦਾ ਕਿ ਮਨੁੱਖਤਾ ਜਿਹੜੀ ਹੈ ਉਹਨਾਂ ਦੀ ਦੇਣਦਾਰ ਹੈ, ਕਿਉਂਕਿ ਇਹ ਅਨਾਜ ਐਸੇ ਅਨਾਜ ਨੇ ਕਿ ਇਹ ਬਿਮਾਰ ਬੰਦੇ ਨੂੰ ਵੀ ਚੱਕ ਲੈਂਦੇ ਉੱਪਰ, ਜਿੰਨਾ ਮਰਜ਼ੀ ਬੰਦਾ ਬਿਮਾਰ ਹੋਵੇ ਉਹਨੂੰ ਚੱਕ ਲੈਂਦੇ ਆ। ਤਾਂ ਇਹ ਡਾਕਟਰ ਖਾਦਰਵਲੀ ਦੀ ਬਹੁਤ ਵੱਡੀ ਦੇਣ ਹੈ, ਜਿਹਦੇ ਲਈ ਮੇਰੇ ਖਿਆਲ 'ਚ ਉਹਦੀ ਜਿਹੜੀ ਬਹੁਤ ਲੰਬੇ ਸਮੇਂ ਤੱਕ ਡਾਕਟਰ ਖਾਦਰਵਲੀ ਨੂੰ ਇਸ ਕੰਮ ਲਈ ਯਾਦ ਰੱਖਿਆ ਜਾਏਗਾ। ਨੋਬਲ ਪੁਰਸਕਾਰ ਮਿਲਦਾ। ਬਿਲਕੁਲ ਮਿਲਣਾ ਚਾਹੀਦਾ। ਹੁਣ ਬਹੁਤ ਧੰਨਵਾਦ ਡਾਕਟਰ ਸਾਹਿਬ ਤੁਹਾਡਾ। ਨਿਊਜ਼ ਏਸ਼ੀਆ ਪੰਜਾਬੀ ਦੇ ਦਰਸ਼ਕਾਂ ਨੂੰ ਵੀਟ ਐਲਰਜੀ ਅਤੇ ਹੋਰ ਤਰ੍ਹਾਂ ਦੀਆਂ ਜਿਸ ਤਰ੍ਹਾਂ ਦੀਆਂ ਖਰਾਬੀਆਂ ਬੋਡੀ 'ਚ ਆਉਂਦੀਆਂ ਨੇ ਉਸ ਤੋਂ ਬਚਾਉਣ ਦੇ ਤਰੀਕੇ ਦੱਸਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸੋ ਸਨ ਡਾਕਟਰ ਅਮਰ ਸਿੰਘ ਆਜ਼ਾਦ ਜਿਨ੍ਹਾਂ ਨੇ ਸਾਨੂੰ ਜਾਣਕਾਰੀ ਦਿੱਤੀ ਹੈ ਕਿ ਵੀਟ ਐਲਰਜੀ ਕਿਉਂ ਹੁੰਦੀ ਹੈ, ਕਿਹੜੇ ਕਾਰਨ ਹੁੰਦੇ, ਬੋਡੀ ਦੇ ਅੰਦਰ ਕਿਹੜੇ ਪ੍ਰੋਟੀਨ ਜਦੋਂ ਜਾਂਦੇ ਨੇ ਅਤੇ ਜਾ ਕੇ ਅੰਦਰ ਖਰਾਬੀ ਪੈਦਾ ਕਰਦੇ ਨੇ। ਕਿਹੜੀ ਕਣਕ ਜਿਹੜੀ ਸੀ ਉਹ ਸਾਡੀ ਸਰੀਰ ਵਾਸਤੇ ਸਹੀ ਸੀ, ਅਤੇ ਅੱਜ ਦੀ ਜਿਹੜੀ ਕਣਕ ਮਿਲ ਰਹੀ ਹੈ ਉਹ ਕਿਸ ਤਰ੍ਹਾਂ ਬੋਡੀ ਦੇ ਅੰਦਰ ਜਿਹੜੀ ਹੈ ਅੰਦਰ ਖਰਾਬੀਆਂ ਪੈਦਾ ਕਰ ਰਹੀ ਹੈ। ਕਿਹੜੇ ਅਨਾਜ ਸਾਨੂੰ ਖਾਣੇ ਚਾਹੀਦੇ ਨੇ। ਜੇਕਰ ਕਦੇ ਕਿਸੇ ਸਮੇਂ ਦੇ ਉੱਤੇ ਜਾ ਕੇ ਸਾਨੂੰ ਕਣਕ ਦੀ ਰੋਟੀ ਖਾਣੀ ਵੀ ਪੈ ਜੇ ਤਾਂ ਉਸ ਨੂੰ ਕਿਹੜੇ ਤਰੀਕੇ ਨਾਲ ਖਾਣਾ ਚਾਹੀਦਾ, ਕਿ ਜੇਕਰ ਕੁਛ ਵੀ ਨਾ ਮਿਲੇ ਅਤੇ ਸਿਰਫ ਕਣਕ ਦੀ ਰੋਟੀ ਹੋਵੇ ਤਾਂ ਫਿਰ ਆਪਾਂ ਨੇ ਕੀ ਕਰਨਾ ਹੈਗਾ, ਅਤੇ ਉਹਦੇ ਖਾ ਕੇ ਕਿਹੜੀਆਂ ਚੀਜ਼ਾਂ ਖਾ ਕੇ ਉਸ ਤੋਂ ਬਾਅਦ ਰੋਟੀ ਖਾਈਏ ਤਾਂ ਸਾਨੂੰ ਜਿਹੜਾ ਉਹ ਖਰਾਬੀ ਪੈਦਾ ਨਹੀਂ ਹੋਵੇਗੀ। ਅਤੇ ਅੰਤ ਦੇ ਵਿੱਚ ਜਿਹੜਾ ਉਹਨਾਂ ਨੇ ਦੱਸਿਆ ਕਿ ਜੇਕਰ ਰੋਟੀ ਖਾਣ ਦਾ ਸਾਡਾ ਜਿਹੜਾ ਉਹ ਮੂੰਹ ਦਾ ਸਵਾਦ ਬਣਿਆ ਵੀ ਹੈ, ਅਤੇ ਆਪਾਂ ਕਿੰਨੇ ਤਰ੍ਹਾਂ ਦੇ ਅਨਾਜਾਂ ਦੀ ਜਿਹੜੀ ਆ ਰੋਟੀ ਬਣਾ ਕੇ ਖਾ ਸਕਦੇ ਹਾਂ ਅਤੇ ਸਰੀਰ ਨੂੰ ਤੰਦਰੁਸਤ ਰੱਖ ਸਕਦੇ ਹਾਂ। ਸੋ ਤੁਹਾਨੂੰ ਇਹ ਗੱਲਬਾਤ ਕਿਵੇਂ ਲੱਗੀ, ਆਪਣੀ ਰਾਏ ਸਾਨੂੰ ਸਾਡੇ ਕਮੈਂਟ ਬਾਕਸ ਜ਼ਰੂਰ ਦੇਣਾ। ਜੇਕਰ ਵੀਡੀਓ ਵਧੀਆ ਲੱਗੀ ਹੈ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਵੱਧ ਤੋਂ ਵੱਧ ਕਰ ਦਿਓ, ਤਾਂ ਕਿ ਵੀਟ ਐਲਰਜੀ ਤੋਂ ਪੀੜਿਤ ਲੋਕਾਂ ਨੂੰ ਇਸ ਦਾ ਫਾਇਦਾ ਹੋ ਸਕੇ। ਸਾਡੇ ਚੈਨਲ ਨੂੰ ਲਾਈਕ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਅਗਲੀ ਵਾਰ ਫੇਰ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ, ਇੱਕ ਨਵੇਂ ਮਹਿਮਾਨ ਦੇ ਨਾਲ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਧੰਨਵਾਦ।